ਉੱਥੇ ਜਾ ਕੇ ਜਦੋਂ ਉੱਥੇ ਜਾਂਦੇ ਸੀ ਉਹਨਾਂ ਦੇ ਦਰਦ ਵੇਖਦੇ ਸੀ ਤਾਂ ਮੇਰੇ ਮਾਈਂਡ ਵਿੱਚ ਜਦੋਂ ਮੈਂ ਉੱਥੇ ਗਿਆ ਤਾਂ ਮੈਂ ਆਖਿਆ ਵੀ ਯਾਰ ਤੁਸੀਂ ਲੜਾਈ ਲੜ ਰਹੇ ਹੋ ਦੁਸ਼ਮਣ ਨਾਲ ਤੇ ਦੁਸ਼ਮਣ ਤੋਂ ਹੀ ਤੁਸੀਂ ਹਥਿਆਰ ਖਰੀਦ ਰਹੇ ਹੋ ਵੀ ਜੇ ਮੰਨ ਲਓ ਤੁਸੀਂ ਦੁਸ਼ਮਣ ਤੋਂ ਬੰਬ ਖਰੀਦ ਕੇ ਤੁਸੀਂ ਕਹਿੰਦੇ ਅਸੀਂ ਜਿੱਤਾਂਗੇ, ਤੁਸੀਂ ਤਾਂ ਇੱਕ ਗਲਤ ਫਹਿਮੀ ਵਿੱਚ ਤੁਸੀਂ ਜਿੱਤੋਗੇ ਕਦੋਂ, ਤੁਸੀਂ ਤਾਂ ਹਾਰੇ ਬੈਠੇ ਹੋ। ਮੈਂ ਨਹੀਂ ਕਹਿੰਦਾ ਕਿਸਾਨ ਹਾਰੇ ਆ, ਮੇਰੀ ਭਾਵਨਾ ਨੂੰ ਸਮਝਣਾ ਕਿ ਮੈਂ ਕਿਹਾ ਵੀ ਯਾਰ ਦੁਸ਼ਮਣ ਤਾਂ ਤੁਹਾਡੇ ਅੰਦੋਲਨ 'ਚੋਂ ਵੀ ਕਮਾ ਰਿਹਾ। ਉੱਥੇ ਫਿਰ ਮੈਂ ਉੱਥੇ ਲਿਖ ਕੇ ਵੀ ਤੁਸੀਂ ਆਪਦੇ ਪਿੰਡ ਵੀ ਤੁਸੀਂ ਆਪਦੀਆਂ ਕਿਸਾਨ ਹੱਟਾਂ ਖੋਲੋ, ਇਹਦੇ ਨਾਲ ਜਦੋਂ ਇਹਨਾਂ ਦਾ ਸਮਾਨ ਬੰਦ ਹੋ ਜਾਊਗਾ ਇਹਨਾਂ ਨੂੰ ਆਪੇ ਅਕਲ ਆ ਜੂਗੀ ਵੀ ਇਹਨਾਂ ਦਾ ਰੱਸਾ ਇਹਨਾਂ ਦੀ ਗੱਲ 'ਚ ਹੀ ਪਾ ਦਿਓ। ਪਹਿਲਾਂ ਤਾਂ ਸਾਨੂੰ ਇਹ ਦੱਸੋ ਜੀ, ਇਹ ਲੋੜ ਕਿਉਂ ਪਈ ਕਿ ਕਿਸਾਨਾਂ ਦੀ ਜਿਹੜੀ ਕਾਰਪੋਰੇਟ ਘਰਾਣਿਆਂ ਦੇ ਨਾਲ ਲਗਾਤਾਰ ਫਸੇ ਹੋਏ ਨੇ ਉਹਦੇ ਕਰਕੇ, ਜਾਂ ਫਿਰ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਜਦੋਂ ਦੇ ਕਿਸਾਨ ਉੱਥੇ ਬੈਠੇ ਨੇ ਦਿੱਲੀ ਬਾਰਡਰਾਂ ਦੇ ਉੱਤੇ ਤਾਂ ਬਹੁਤ ਸਾਰੇ ਲੋਕ ਇਹਦਾ ਲਾਹਾ ਚੁੱਕਣ ਲੱਗੇ ਨੇ, ਤੇ ਖਾਲਸਾ ਜੀ ਨੇ ਕਿਤੇ ਲਾਹਾ ਚੁੱਕਣ ਵਾਲੀ ਗੱਲ ਤਾਂ ਨਹੀਂ ਕੀਤੀ। ਤੁਸੀਂ ਕਹਿੰਦੇ ਹੋ ਵੀ ਹਰ ਤੁਸੀਂ ਨੌਜਵਾਨ ਨੂੰ ਕਹਿੰਦੇ ਹੋ ਵੀ ਭਾਈ ਆਪਣੀ ਕਿਸਾਨ ਹੱਟ ਖੋਲ੍ਹੋ, ਕੀ ਤੁਸੀਂ ਇਹੀ ਕਹਿੰਦੇ ਹੋ ਵੀ ਆਪਣੀ ਕਿਸਾਨ ਹੱਟ ਹੋਵੇ ਤੁਹਾਡੀ, ਤੇ ਉਹ ਹੋਵੇ ਵੀ ਕਿਸਾਨ ਹੱਟ 13 ਤੇ ਮਤਲਬ ਕਿ ਤੁਹਾਡੇ ਤੋਂ ਹੀ ਫਰੈਂਚਾਈਜ਼ੀ ਲੈ ਕੇ ਜਾਂ ਜਿਨ੍ਹਾਂ ਦੇ ਕੋਲ ਆਪਣੀ ਕੈਪੈਸਿਟੀ ਉਹ ਆਪਣੇ ਪੱਧਰ ਤੇ ਖੋਲ੍ਹਣ? ਕਿਸਾਨਾਂ ਨੂੰ ਇੱਕ ਪਲੇਟਫਾਰਮ ਦੀ ਲੋੜ ਸੀ, ਮੈਂ ਤਾਂ ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ। ਹੁਣ ਜੇ ਕੋਈ ਫੈਕਟਰੀ ਲਾਉਣਾ ਚਾਹੁੰਦਾ ਫੈਕਟਰੀ ਲਾ ਲਵੇ, ਸਾਡੇ ਨਾਲ ਜੇ ਕੋਈ ਬੰਦਾ ਹੁਣ ਮੰਨ ਲਓ ਇਹਨਾਂ ਨੇ ਕਿਸਾਨ ਹੱਟ ਖੋਲ੍ਹੀ ਆ, ਇਹਦੇ ਲਈ ਅਸੀਂ ਜ਼ਿੰਮੇਵਾਰ ਹਾਂ ਪ੍ਰੋਪਰ ਕੁਆਲਿਟੀ ਦੇ, ਪਹੁੰਚ ਦੇ, ਟੈਕਸ ਦੇ, ਰੇਟ ਦੇ ਤੇ ਹਰ ਚੀਜ਼ ਦੇ ਸਿਸਟਮ ਦੇ। ਤੇ ਜੇ ਹੁਣ ਆਪ ਖੋਲ ਲੈਣ 20 ਲੱਖ ਰੁਪਏ ਮੈਨੂੰ ਲਾਤਾ ਜਾਂ 10 ਲਾਤਾ 5 ਲਾਤਾ, ਕੱਲ ਨੂੰ ਨਾ ਚੱਲੀ ਉਹਦਾ ਵਿਚਾਰੇ ਦਾ ਕੋਈ ਸਮਾਨ ਹੀ ਵਾਪਸ ਨਹੀਂ ਲੈਂਦਾ, ਉਹ ਤਾਂ ਰੁਲ ਗਿਆ ਨਾ। ਕਿ ਵਿਰੋਧੀ ਤਾਂ ਫਿਰ ਖਾਲਸਾ ਜੀ ਇਹ ਵੀ ਕਹਿੰਦੇ ਨੇ ਨਾ ਵੀ ਉਹ ਕਹਿੰਦੇ ਵੀ ਜਿਹੜੀ ਤੁਸੀਂ ਕਹਿੰਦੇ ਵੀ ਮੈਨੂੰ ਲੁੱਟ ਦੇ ਗੈਪ ਦਾ ਪਤਾ ਲੱਗ ਗਿਆ, ਪਰ ਉਹ ਕਹਿੰਦੇ ਵੀ ਖਾਲਸਾ ਜੀ ਨੂੰ ਪਤਾ ਲੱਗ ਗਿਆ ਵੀ ਲੋਕਾਂ ਨੂੰ ਲੁੱਟਣਾ ਕਿਵੇਂ, ਕਹਿੰਦੇ ਲੁੱਟਣ ਲੱਗ ਗਏ ਜੀ। ਮਤਲਬ ਕਿ ਕੱਲ੍ਹ ਨੂੰ ਕੋਈ ਇਹ ਨਾ ਕਹਿ ਦੇਣ ਵੀ ਕਿਸਾਨ ਵੀ ਉੱਠ ਕੇ ਵੀ ਸਾਤੋਂ ਵੀ ਜਿਹੜੀ ਹੈਗੀ ਇਹਨਾਂ ਨੇ ਚੀਜ਼ ਜੀ 5 ਰੁਪਏ ਦੀ ਖਰੀਦੀ ਸੀ ਤੇ ਇਹ ਵੀ ਹੁਣ ਉਹ ਕਾਰਪੋਰੇਟ ਘਰਾਣਿਆਂ ਦੇ ਵਾਂਗੂ 25 30 ਰੁਪਏ ਦੀ ਵੇਚ ਰਹੇ ਨੇ। ਇੱਕ ਨੇ ਗੱਲ ਇਹ ਪਾਤੀ ਵੀ ਜਗਦੇਵ ਸਿੰਘ ਖਾਲਸਾ ਦੀ ਗੰਦੀ ਕਰਤੂਤ, ਕਹਿੰਦਾ ਪਰਲ ਤੇ ਚਿੱਟ ਫੰਡ ਵਾਂਗੂ ਰਗੜਤੇ ਲੋਕ। ਇਹ ਗੱਲ ਮੈਨੂੰ ਇਹ ਦੱਸੋ ਵੀ ਯਾਰ ਮੈਂ 2 ਮਹੀਨੇ 'ਚ ਕਿਹੜੀ ਪਰਲ ਚਲਾਤੀ, ਕਿਹੜੇ ਮੈਂ ਚਿੱਟ ਫੰਡ ਚਲਾਤੀ? ਤੁਸੀਂ ਮੇਰੇ ਕੋਲੇ ਆਓ, ਜੇ ਕੋਈ ਮੇਰੇ ਤੇ ਲੱਗਦਾ ਵੀ ਕੋਈ ਗੱਲ ਆ ਬਾਈ ਮੇਰੇ ਖਿਲਾਫ ਕੋਈ ਬੰਦਾ ਬੋਲਦਾ, ਉਹਨੂੰ ਕਹੋ ਭਾਈ ਤੁਹਾਡੇ ਖਿਲਾਫ ਆ ਬੰਦਾ ਬੋਲਦਾ, ਦੱਸ ਵੀ ਤੂੰ ਇਹਦਾ ਜਵਾਬ ਕੀ ਹੈ, ਉਹਦਾ ਵੀ ਸਟੇਟਮੈਂਟ ਲਾ ਦਿਓ, ਮੇਰੀ ਵੀ ਲਾ ਦਿਓ। ਜਿੱਦਣ ਇਹਨਾਂ ਨੇ ਅਫਵਾਰਡ ਆਈ ਸੀ ਉਹਦੇ 1.5 ਕਰੋੜ ਰੁਪਏ ਪਿਆ ਸੀ ਅਕਾਊਂਟ ਦੇ ਵਿੱਚ, ਮੈਂ ਲੈ ਕੇ ਭੱਜਦਾ। ਔਰ ਅੱਜ ਦੇ ਜ਼ਮਾਨੇ 1.5 ਕਰੋੜ ਰੁਪਏ ਬਹੁਤ ਹੁੰਦਾ ਬੰਦੇ ਨੂੰ ਆਪਣੀ ਜ਼ਿੰਦਗੀ ਜਿਉਣ ਲਈ। ਮੈਂ ਕਰੋੜ ਰੁਪਏ ਲੋਕਾਂ ਨੂੰ ਪੁੱਠਾ ਮੋੜਦਾ, ਉਹ ਚੈਨਲ ਤੇ ਕਹਿ ਕੇ ਮੋੜਿਆ। ਇਦੋਂ ਵੱਡਾ ਸੱਚ ਤਾਂ ਕੋਈ ਛੋੜ ਨਹੀਂ ਸਕਦਾ। ਤੁਹਾਨੂੰ ਕੋਈ ਕੱਲ੍ਹ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਕਹਿ ਜਾਣ ਵੀ ਅੰਬਾਨੀ ਅਡਾਨੀ ਤਾਂ ਚਲੋ ਪਤੇ ਸੀਗੇ, ਭਈ ਇੱਕ ਪੱਗ ਵਾਲਾ ਵੀ ਆ ਗਿਆ, ਇੱਕ ਅੰਬਾਨੀ ਅਡਾਨੀ। ਮੈਂ 5 ਚੈਨਲਾਂ ਦੇ ਉੱਤੇ ਸਪਸ਼ਟੀਕਰਨ ਦਿੱਤਾ, ਠੀਕ ਹੈ ਜੀ, ਔਰ ਪੂਰਾ ਡਿਟੇਲ 'ਚ ਦਿੱਤਾ, ਉਦੋਂ ਹੀ ਦਿੱਤਾ, ਸਾਡੀ ਟੀਮ ਨੇ ਦਿੱਤਾ, ਵਿਦ ਅਕਾਊਂਟ ਦਿੱਤਾ। ਜਿਹੜੇ ਬੰਦੇ ਕਹਿੰਦੇ ਸੀ ਵੀ ਇਹ 10,000 ਰੁਪਇਆ ਜਗਦੇਵ ਸਿੰਘ ਨੂੰ ਮਿਲਣ ਦੀ ਫੀਸ ਆ, ਵਕੀਲ ਕਹਿੰਦਾ ਵੀ ਸਾਡੇ ਪ੍ਰੋਗਰਾਮ ਰੱਖਿਆ ਇੱਥੇ 70 ਬੰਦੇ ਆਏ, 10,000 ਰੁਪਏ ਕਹਿੰਦਾ 7 ਲੱਖ ਰੁਪਏ ਇਕੱਠਾ ਕਰਕੇ ਤੁਰਦੇ ਬਣੇ। ਮੈਨੂੰ ਇਹ ਦੱਸੋ ਵੀ ਉਹ ਕਿਹੜੀ ਧਰਤੀ ਤੇ ਉਹ ਲੋਕ ਰਹਿੰਦੇ ਨੇ ਜਿਹੜੇ 1 ਘੰਟੇ ਵਿੱਚ ਜਗਦੇਵ ਸਿੰਘ ਨੂੰ ਵੀ 10,000 ਰੁਪਏ ਮਿਲਣ ਦਾ ਦਿੰਦੇ ਆ? ਇਹ ਗੱਲਾਂ ਦਾ ਕੋਈ ਆਧਾਰ ਤਾਂ ਹੋਵੇ ਨਾ। ਜਿਸ ਦਿਨ ਅਸੀਂ ਮੰਨ ਲਓ ਰਿਲਾਇੰਸ ਤਾਂ ਛੱਡੋ, ਰਿਲਾਇੰਸ ਦੇ ਅਸੀਂ 1% 'ਚ ਵੀ ਪਹੁੰਚ ਗਏ, ਉਹਦੇ ਤਾਂ ਅਸੀਂ ਰੇਟ ਹੋਰ ਘਟਾ ਦਿਆਂਗੇ। ਆਉਣ ਵਾਲੇ ਸਮੇਂ ਦੇ ਵਿੱਚ ਕਦੇ ਇਹ ਗੱਲ ਨਹੀਂ ਹੋਊਗੀ ਵੀ ਹੁਣ ਤਾਂ ਸਿੱਕਾ ਚੱਲ ਗਿਆ। ਵੀ ਜੀ ਸਿੱਕੇ ਜਿਹੜੇ ਚੱਲਦੇ ਆ ਨਾ, ਇਹ ਚੱਲਦੇ ਨੇ ਸੰਗਤ ਦੇ ਸਿਰ ਤੇ, ਲੋਕਾਂ ਦੇ ਸਿਰ ਤੇ। ਜੇ ਅੰਬਾਨੀ ਅਡਾਨੀ ਨੂੰ ਲੋਕਾਂ ਨੇ ਉੱਥੇ ਗੱਲ 'ਚ ਹੱਥ ਪਾ ਲਿਆ ਨਾ, ਤੇ ਜਗਦੇਵ ਸਿੰਘ ਦਾ ਕਿਹੜੇ ਬਾਗ ਦੀ ਮੂਲੀਆਂ, ਮੇਰੇ ਤਾਂ ਪਹਿਲਾਂ ਹੀ ਉਹ ਕਹਿਣਗੇ ਲਾ ਦੇਖਿਆ ਕਿਹਾ ਸੀ ਨਾ। ਕਈ ਪੱਤਰਕਾਰ, ਉਹ ਮੈਨੂੰ ਵੀਰ ਪੱਤਰਕਾਰ ਕਹਿੰਦਾ ਤੁਸੀਂ ਗੁਰੂ ਨੂੰ ਨਾ ਲਿਆ ਕਰੋ। ਮੈਂ ਕਿਹਾ ਯਾਰ ਕਿਹਨੂੰ ਲੈ ਕੇ ਆਵਾਂ, ਮੈਂ ਸਹੁੰ ਤਾਂ ਖਾਂਦਾ ਨਹੀਂ। ਮੈਂ ਤੁਹਾਨੂੰ ਕਹਿੰਦਾ ਵੀ ਮੈਂ ਤਾਂ ਇੱਕ ਗੱਲ ਅੱਜ ਵੀ ਕਹਿਣਾ ਵੀ ਜੇ ਮੇਰੀ ਸੋਚ 'ਚ ਕੱਲ੍ਹ ਨੂੰ 1% ਵੀ ਫਰਕ ਆਵੇ ਤਾਂ ਮੈਂ ਕਹਿੰਦਾ ਵੀ ਮੇਰਾ ਹਾਲ ਇਹਨਾਂ ਤੋਂ ਵੀ ਮਾੜਾ ਹੋਵੇ ਜਿੰਨਾ ਅੰਬਾਨੀ ਅਡਾਨੀ ਦਾ ਹੋਇਆ। ਮੈਂ ਤਾਂ ਤੁਹਾਨੂੰ ਇਹ ਚੈਨਲ 'ਤੇ ਅੱਜ ਗੱਲ ਰਿਕਾਰਡ ਕਰਾਤੀ। ਜੇਤੂ ਆਈ ਨਾ ਵਧੀਕੀਆਂ ਤੋਂ ਬਾਜ ਨਹੀਂ ਸਰਕਾਰੇ, ਤਾਈਓ ਆ ਗਿਆ ਹੈ ਅੱਜ ਕਿਸਾਨਾਂ ਦਾ ਰਾਜ ਨਹੀਂ ਸਰਕਾਰੇ। ਕਿਸਾਨਾਂ ਦਾ ਰਾਜ, ਕਿਸਾਨਾਂ ਦਾ ਬੋਲਬਾਲਾ ਹੈ, ਕਿਉਂਕਿ ਲਗਾਤਾਰ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਜਿੱਥੇ ਡਟੇ ਹੋਏ ਨੇ, ਉੱਥੇ ਨਾਲ ਹੀ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਕਿਸਾਨਾਂ ਵੱਲੋਂ ਦਿੱਲੀ ਬਾਰਡਰਾਂ ਦੇ ਉੱਤੇ ਮੋਰਚਾ ਲਗਾਇਆ ਗਿਆ ਹੈ। ਪਰ ਜਦੋਂ ਹੁਣ ਤੱਕ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਹੱਲ ਹੁੰਦਾ ਨਹੀਂ ਵਿਖ ਰਿਹਾ ਜਾਂ ਨਹੀਂ ਹੋਇਆ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ, ਤਾਂ ਕਿਸਾਨਾਂ ਨੇ ਜੋ ਕਾਰਪੋਰੇਟ ਘਰਾਣੇ ਕਰ ਰਹੇ ਸੀ ਤਾਂ ਉਹ ਚੀਜ਼ਾਂ ਹੁਣ ਕਿਸਾਨ ਆਪਣੀਆਂ ਲੈ ਕੇ ਆਉਣ ਲੱਗੇ ਨੇ। ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ
ਸਾਡੇ ਤੋਂ ਬਹੁਤ ਨੀਵੇਂ ਘੱਟ ਰੇਟਾਂ ਦੇ ਉੱਤੇ ਸਮਾਨ ਚੱਕ ਕੇ ਫਿਰ ਕਾਰਪੋਰੇਟ ਘਰਾਣੇ ਵੱਡੇ ਰੇਟਾਂ ਦੇ ਉੱਤੇ ਵੱਧ ਕੀਮਤਾਂ ਦੇ ਉੱਤੇ ਵੇਚਦੇ ਨੇ। ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਪਰ ਹੁਣ ਕਿਸਾਨ ਹੱਟ 13 ਹਰ ਜ਼ਿਲ੍ਹੇ ਦੇ ਵਿੱਚ ਲਗਾਤਾਰ ਖੁੱਲ੍ਹ ਰਹੀ ਹੈ। ਸਟੋਰ ਨੇ ਇਹਨਾਂ ਦੇ, ਜਿਵੇਂ ਤੁਸੀਂ ਦੇਖਦੇ ਹੋ ਕਿ ਪਹਿਲੇ ਰਿਲਾਇੰਸ ਦੇ ਸਟੋਰ ਸੀ ਜਾਂ ਈਜ਼ੀ ਡੇ ਜਾਂ ਹੋਰ ਬਹੁਤ ਸਾਰੇ ਸਟੋਰ, ਉਹਨਾਂ ਦੇ ਸਟੋਰਾਂ ਦੀ ਤਰਜ਼ ਤੇ ਹੀ ਹੁਣ ਕਿਸਾਨਾਂ ਦਾ ਇੱਕ ਆਪਣਾ ਸਟੋਰ ਕਿਸਾਨ ਹੱਟ 13 ਖੁੱਲ੍ਹਿਆ। ਜਗਦੇਵ ਸਿੰਘ ਖਾਲਸਾ ਜੀ ਨਾਲ ਨੇ ਸਾਡੇ। ਖਾਲਸਾ ਜੀ ਬਹੁਤ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਸਾਨੂੰ ਇਹ ਦੱਸੋ ਜੀ, ਇਹ ਲੋੜ ਕਿਉਂ ਪਈ ਕਿ ਕਿਸਾਨਾਂ ਦੀ ਜਿਹੜੀ ਕਾਰਪੋਰੇਟ ਘਰਾਣਿਆਂ ਦੇ ਨਾਲ ਲਗਾਤਾਰ ਸਿੰਘ ਫਸੇ ਹੋਏ ਨੇ ਉਹਦੇ ਕਰਕੇ, ਜਾਂ ਫਿਰ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਜਦੋਂ ਦੇ ਕਿਸਾਨ ਉੱਥੇ ਬੈਠੇ ਨੇ ਦਿੱਲੀ ਬਾਰਡਰਾਂ ਦੇ ਉੱਤੇ ਤਾਂ ਬਹੁਤ ਸਾਰੇ ਲੋਕ ਇਹਦਾ ਲਾਹਾ ਚੁੱਕਣ ਲੱਗੇ ਨੇ, ਤੇ ਖਾਲਸਾ ਜੀ ਨੇ ਕਿਤੇ ਲਾਹਾ ਚੁੱਕਣ ਵਾਲੀ ਗੱਲ ਤਾਂ ਨਹੀਂ ਕੀਤੀ? ਵੀਰ ਜੀ, ਤੁਸੀਂ ਬਹੁਤ ਸੋਹਣਾ ਸਵਾਲ ਕੀਤਾ ਔਰ ਪੱਤਰਕਾਰੀ ਦੇ ਵਿੱਚ ਵੀ ਤੁਸੀਂ ਬਹੁਤ ਵਧੀਆ ਸਵਾਲ ਚੱਕਦੇ ਰਹਿੰਦੇ ਹੋ ਸੱਚ ਦੇ ਉੱਤੇ, ਤੇ ਬਹੁਤ ਵਧੀਆ ਤੁਸੀਂ ਸਵਾਲ ਕੀਤਾ, ਚਾਹੀਦਾ ਵੀ ਸੀ। ਪਹਿਲੀ ਗੱਲ ਤਾਂ ਲਾਹਾ, ਜੇ ਤੁਸੀਂ ਲਾਹੇ ਦੀ ਗੱਲ ਕਰ ਰਹੇ ਹੋ, ਸਾਡੀ ਬਾਣੀ ਕਹਿੰਦੀ ਉਦਮ ਕਰਿੰਦਿਆਂ ਜੀਓ ਤੂੰ ਕਮਾਮਦਿਆਂ ਸੁਖ ਪੁੰਚ, ਕਿਉਂਕਿ ਮੇਰਾ ਜਿਹੜਾ ਸਿਸਟਮ ਚੱਲਦਾ ਉਹ ਬਾਣੀ ਦੇ ਆਧਾਰ ਤੇ ਚੱਲਦਾ, ਤੇ ਕਈਆਂ ਨੂੰ ਤਕਲੀਫ ਵੀ ਆ ਵੀ ਉਦਮ ਕਰੀਦਾ, ਕਮਾਈ ਕਰ ਤੇ ਸੁੱਖ ਪਾ, ਵੀ ਠੱਗੀ ਧੋਖਾ ਨਾ ਕਰੋ, ਛਲ ਕਪਟ ਨਾ ਕਰੋ। ਜਦੋਂ ਉੱਥੇ ਜਾ ਕੇ ਮੈਂ ਵੇਖਿਆ ਕਿ ਵੀ ਸਾਡੀ ਜਿਹੜੀ ਕੌਮ ਹੈ ਸੜਕਾਂ ਤੇ ਰੁਲ ਗਈ, ਕਿਸਾਨ, ਤੁਸੀਂ ਤਾਂ ਉਹਨੂੰ ਬਹੁਤ ਨੇੜਿਓਂ ਵੇਖਿਆ। ਮੈਂ ਵੀ ਰਾਤ ਨੂੰ ਉੱਥੇ ਜਾ ਕੇ ਜਦੋਂ ਉੱਥੇ ਜਾਂਦੇ ਸੀ, ਉਹਨਾਂ ਦੇ ਦਰਦ ਵੇਖਦੇ ਸੀ, ਤਾਂ ਮੇਰੇ ਮਾਈਂਡ ਵਿੱਚ ਜਦੋਂ ਮੈਂ ਉੱਥੇ ਗਿਆ ਤਾਂ ਮੈਂ ਆਖਿਆ ਵੀ ਯਾਰ ਤੁਸੀਂ ਲੜਾਈ ਲੜ ਰਹੇ ਹੋ ਦੁਸ਼ਮਣ ਨਾਲ, ਤੇ ਦੁਸ਼ਮਣ ਤੋਂ ਹੀ ਤੁਸੀਂ ਹਥਿਆਰ ਖਰੀਦ ਰਹੇ ਹੋ। ਵੀ ਜੇ ਮੰਨ ਲਓ ਤੁਸੀਂ ਦੁਸ਼ਮਣ ਤੋਂ ਬੰਬ ਖਰੀਦ ਕੇ ਤੁਸੀਂ ਕਹਿੰਦੇ ਅਸੀਂ ਜਿੱਤਾਂਗੇ, ਤੁਸੀਂ ਤਾਂ ਇੱਕ ਗਲਤ ਫਹਿਮੀ ਵਿੱਚ, ਤੁਸੀਂ ਜਿੱਤੋਗੇ ਕਦੋਂ? ਤੁਸੀਂ ਤਾਂ ਹਾਰੇ ਬੈਠੇ ਹੋ। ਮੈਂ ਨਹੀਂ ਕਹਿੰਦਾ ਕਿਸਾਨ ਹਾਰੇ ਆ, ਮੇਰੀ ਭਾਵਨਾ ਨੂੰ ਸਮਝਣਾ ਕਿ ਮੈਂ ਕਿਹਾ ਵੀ ਯਾਰ ਦੁਸ਼ਮਣ ਤਾਂ ਤੁਹਾਡੇ ਅੰਦੋਲਨ 'ਚੋਂ ਵੀ ਕਮਾ ਰਿਹਾ। ਉੱਥੇ ਫਿਰ ਮੈਂ ਉੱਥੇ ਲਿਖ ਕੇ ਵੀ ਤੁਸੀਂ ਆਪਦੇ ਪਿੰਡ ਵੀ ਤੁਸੀਂ ਆਪਦੀਆਂ ਕਿਸਾਨ ਹੱਟਾਂ ਖੋਲ੍ਹੋ, ਇਹਦੇ ਨਾਲ ਜਦੋਂ ਇਹਨਾਂ ਦਾ ਸਮਾਨ ਬੰਦ ਹੋ ਜਾਊਗਾ ਇਹਨਾਂ ਨੂੰ ਆਪੇ ਅਕਲ ਆ ਜੂਗੀ, ਵੀ ਇਹਨਾਂ ਦਾ ਰੱਸਾ ਇਹਨਾਂ ਦੀ ਗੱਲ 'ਚ ਹੀ ਪਾ ਦਿਓ। ਜਦੋਂ ਮੈਨੂੰ ਇੱਕ ਵੀਰ ਨੇ, ਇੱਕ ਨਿਊਜ਼ ਵਾਲੇ ਨੇ, ਉਹਨੇ ਚੜਾਤੀ, ਤੇ ਉਹ ਜਦੋਂ ਚੜ੍ਹ ਗਈ ਤੇ ਉਦੋਂ ਤੁਸੀਂ ਇਹ ਸਮਝ ਲਓ ਵੀ ਮਿਲੀਅਨ ਦੇ ਵਿੱਚ ਲੋਕਾਂ ਕੋਲ ਗਈ। ਔਰ ਮੈਂ ਕਹਿੰਦਾ ਜੀ ਮੇਰੇ ਕੋਲੇ ਫੋਨ ਸੁਣਨ ਦਾ ਟਾਈਮ ਨਹੀਂ ਸੀ, ਤੇ ਜਿਹਦੇ ਲਈ ਲਾਹਾ ਇਹ ਆ ਵੀਰ ਜੀ, ਮੈਂ ਤਾਂ ਇੱਕ ਗੱਲ ਕਹਿਣਾ ਵੀ ਲਾਹਾ ਹਰ ਬੰਦਾ ਚੱਕੇ। ਦੇਖੋ ਜਿਹੜਾ ਕਿਸਾਨ ਆ ਉਹਨੂੰ ਦੀ ਫਸਲ ਦਾ ਲਾਹਾ ਮਿਲੇ, ਜਿਹੜਾ ਮੁੰਡਾ ਬੇਰੁਜ਼ਗਾਰ ਅੱਜ ਫਿਰਦਾ ਦਰ ਦੇ ਠੋਕਰਾਂ ਖਾ ਰਿਹਾ, ਟੈਂਕੀਆਂ ਤੇ ਚੜ੍ਹ ਕੇ ਬੈਠੇ ਨੇ, ਉਹਨਾਂ ਨੂੰ ਵਿਚਾਰਿਆਂ ਨੂੰ ਨੌਕਰੀਆਂ ਮਿਲਣ, ਠੀਕ ਆ। ਜਿਹੜਾ ਬੰਦਾ ਗੱਡੀ ਚਲਾਉਂਦਾ ਉਹਨੂੰ ਉਹਦੀ ਮਿਹਨਤ ਮਿਲੇ, ਜਿਹੜਾ ਕਿਸਾਨ ਆ ਉਹਨੂੰ ਤਾਂ ਫਸਲ ਦਾ ਮੁੱਲ ਮਿਲੇ, ਦੁਕਾਨਦਾਰ ਨੂੰ ਉਹਦੀ ਦੁਕਾਨ ਦੀ ਕਮਾਈ ਮਿਲੇ, ਤੇ ਸਾਰੇ ਹੀ ਲਾਹਾ ਲੈਣ ਯਾਰ। ਤੁਸੀਂ ਕਹਿੰਦੇ ਹੋ ਵੀ ਹਰ ਤੁਸੀਂ ਨੌਜਵਾਨ ਨੂੰ ਕਹਿੰਦੇ ਹੋ ਵੀ ਭਾਈ ਆਪਣੀ ਕਿਸਾਨ ਹੱਟ ਖੋਲ੍ਹੋ, ਕੀ ਤੁਸੀਂ ਇਹੀ ਕਹਿੰਦੇ ਹੋ ਵੀ ਆਪਣੀ ਕਿਸਾਨ ਹੱਟ ਹੋਵੇ ਤੁਹਾਡੀ, ਤੇ ਉਹ ਹੋਵੇ ਵੀ ਕਿਸਾਨ ਹੱਟ 13 ਤੇ ਮਤਲਬ ਕਿ ਤੁਹਾਡੇ ਤੋਂ ਹੀ ਫਰੈਂਚਾਈਜ਼ੀ ਲੈ ਕੇ, ਜਾਂ ਜਿਨ੍ਹਾਂ ਦੇ ਕੋਲ ਆਪਣੀ ਕੈਪੈਸਿਟੀ ਆ ਉਹ ਆਪਣੇ ਪੱਧਰ ਤੇ ਖੋਲ੍ਹਣ? ਵੀਰ ਜੀ ਬਿਲਕੁਲ, ਮੈਂ ਤਾਂ ਕਹਿੰਦਾ ਵੀ ਜਿਹੜਾ ਬੰਦਾ ਜਿਵੇਂ ਵੀ ਖੋਲ੍ਹਣੀ ਚਾਹੁੰਦਾ ਉਵੇਂ ਹੀ ਖੋਲ੍ਹੇ। ਮੈਨੂੰ ਇਹ ਨਹੀਂ, ਮੈਂ ਕਹਿੰਦਾ ਵੀ ਮੈਥੋਂ ਫਰੈਂਚਾਈਜ਼ੀ ਲਓ। ਜਦੋਂ ਮੈਂ ਇਹ ਚੀਜ਼ ਕੀਤੀ ਸੀ ਨਾ, ਤੇ ਲੋਕਾਂ ਦਾ ਇਹੀ ਸਵਾਲ ਸੀ, ਭਾਈ ਕਿਵੇਂ ਕਰੀਏ, ਭਾਜੀ ਦੱਸੋ ਕਿਵੇਂ ਕਰੂ, ਮਾਲ ਕਿੱਥੋਂ ਮਿਲੂ? ਦੇਖੋ ਮੈਨੂੰ 15 ਸਾਲ ਕਾਰੋਬਾਰ ਵਿੱਚ ਹੋ ਗਿਆ। 15 ਸਾਲ ਦੇ ਵਿੱਚ ਮੈਨੂੰ ਤੇ ਹਰ ਗੱਲ ਦਾ ਤਜਰਬਾ ਸੀ ਵੀ ਫੈਕਟਰੀ 'ਚੋਂ ਕਿੰਨੇ ਦੀ ਚੀਜ਼ ਬਣਦੀ ਆ, ਕਿੰਨੇ ਦੀ ਲੋਕਾਂ ਤੱਕ ਪਹੁੰਚਦੀ ਆ, ਔਰ ਲੁੱਟ ਕਿੱਥੇ ਹੋ ਰਹੀ ਆ। ਉਸ ਲੁੱਟ ਦੇ ਵਿੱਚ ਉਹਦਾ ਗੈਪ ਦਾ ਮੈਨੂੰ ਪਤਾ ਸੀ। ਤਾਂ ਮੈਂ ਉਹਦੇ ਵਿੱਚ ਲੋਕਾਂ ਨੂੰ, ਕਈ ਬੰਦੇ ਨੇ ਕਿਹਾ ਵੀ ਵੇਖੋ ਵੀਰ ਜੀ ਗੱਲ ਕੀ ਹੁੰਦੀ, ਆਪਾਂ ਕਹਿੰਦੇ ਜੀ ਔਰਗੈਨਿਕ ਹੈ, ਵੀ ਕਿਸਾਨ ਔਰਗੈਨਿਕ ਦਾਲਾਂ ਤਿਆਰ ਕਰਨ, ਔਰਗੈਨਿਕ ਸਬਜ਼ੀਆਂ ਤਿਆਰ ਕਰਨ, ਆਪਦੇ ਸਟੋਰ ਬਣਾ ਕੇ ਵੇਚਣ। ਪਰ ਮੈਂ ਤੁਹਾਨੂੰ ਇੱਕ ਗੱਲ ਬੇਨਤੀ ਕਰਦਾ, ਕਈ ਕਿਸਾਨਾਂ ਨੇ, ਵਿਚਾਰਿਆਂ ਨੇ, ਜਾਗਰੂਕਾਂ ਨੇ ਬਹੁਤ ਮਿਹਨਤ ਕੀਤੀ ਆ, ਉਹਨਾਂ ਨੇ ਚੀਜ਼ਾਂ ਤਿਆਰ ਵੀ ਕੀਤੀਆਂ, ਅਖੀਰ ਨੂੰ ਉਹ ਖਹਿੜਾ ਛੱਡ ਗਏ। ਉਹਦਾ ਰੀਜ਼ਨ ਇਹ ਸੀ ਕਿ ਸਾਡੇ ਲੋਕ ਖੁਦ ਹੀ ਉਹਨਾਂ ਦਾ ਸਾਥ ਨਹੀਂ ਦਿੰਦੇ। ਜੇ ਮੰਨ ਲਓ ਕਿਸੇ ਬੰਦੇ ਨੇ ਕਰ ਲਿਆ, ਜੇ ਮੰਨ ਲਓ ਉਹਦੀ ਚੀਜ਼ ਵਧੀਆ ਵੀ ਆ, ਅਸੀਂ ਖੁਦ ਦੀ ਗੱਲ ਦੱਸੀਏ, ਅਸੀਂ ਲੁਧਿਆਣਾ ਦੇ ਵਿੱਚ ਔਰਗੈਨਿਕ ਗੋਭੀ ਬਾਜ਼ਾਰ ਦੀ 10 ਰੁਪਏ, ਸਾਡੀ 12, ਲੋਕ ਸਾਡੇ ਤੋਂ 12 ਦੀ ਨਹੀਂ ਲੈਂਦੇ ਸੀ। ਤੁਸੀਂ ਇਹ ਸਮਝ ਲਓ। ਤੇ ਇਹਦੇ ਵਾਸਤੇ ਕਿਸਾਨਾਂ ਨੂੰ ਇੱਕ ਪਲੇਟਫਾਰਮ ਦੀ ਲੋੜ ਸੀ, ਮੈਂ ਤਾਂ ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ। ਹੁਣ ਜੇ ਕੋਈ ਫੈਕਟਰੀ ਲਾਉਣਾ ਚਾਹੁੰਦਾ ਫੈਕਟਰੀ ਲਾ ਲਵੇ ਸਾਡੇ ਨਾਲ। ਜੇ ਕੋਈ ਬੰਦਾ, ਹੁਣ ਮੰਨ ਲਓ ਇਹਨਾਂ ਨੇ ਕਿਸਾਨ ਹੱਟ ਖੋਲ੍ਹੀ ਆ, ਇਹਦੇ ਲਈ ਅਸੀਂ ਜ਼ਿੰਮੇਵਾਰ ਹਾਂ, ਪ੍ਰੋਪਰ ਕੁਆਲਿਟੀ ਦੇ, ਪਹੁੰਚ ਦੇ, ਟੈਕਸ ਦੇ, ਰੇਟ ਦੇ, ਤੇ ਹਰ ਚੀਜ਼ ਦੇ ਸਿਸਟਮ ਦੇ। ਤੇ ਜੇ ਹੁਣ ਆਪ ਖੋਲ ਲੈਣ 20 ਲੱਖ ਰੁਪਏ ਮੈਨੂੰ ਲਾਤਾ, ਜਾਂ 10 ਲਾਤਾ, 5 ਲਾਤਾ, ਕੱਲ ਨੂੰ ਨਾ ਚੱਲੀ, ਉਹਦਾ ਵਿਚਾਰੇ ਦਾ ਕੋਈ ਸਮਾਨ ਹੀ ਵਾਪਸ ਨਹੀਂ ਲੈਂਦਾ, ਉਹ ਤਾਂ ਰੁਲ ਗਿਆ ਨਾ। ਇਸ ਕਰਕੇ ਤੁਹਾਡੇ ਨਾਂ ਨੂੰ ਜਾਣਨ ਲੱਗ ਗਏ ਨੇ ਲੋਕ ਹੁਣ। ਵੀਰ ਜੀ ਕਿਸਾਨ ਹੱਟ ਨੂੰ ਤੁਸੀਂ ਆਪ ਹੀ ਦੇਖ ਲਓ, ਕਿਸਾਨ ਹੱਟ 13 ਨੂੰ ਗੁਰੂ ਸਾਹਿਬ ਦੀ ਕਿਰਪਾ ਵੀ ਅੱਜ ਹਰ ਜਗ੍ਹਾ ਤੇ
ਤੁਸੀਂ ਦੇਖ ਲਓ ਗੂਗਲ ਦੇ ਵਿੱਚ ਵੀ ਦੇਖ ਲਓ ਕਿਸਾਨ ਆੜ 13 ਔਰ ਸਾਡੇ ਕੋਲੇ ਇੰਨੇ ਕੁ ਸਟੋਰ ਬੁੱਕ ਨੇ ਅਸੀਂ ਮਹੀਨਾ ਵੇਟਿੰਗ ਪਾ ਰਹੇ ਹਾਂ ਹੁਣ ਵੀ 1 ਮਹੀਨੇ ਬਾਅਦ ਬਈ ਓਪਨ ਕਰਾਂਗੇ 1 ਮਹੀਨਾ ਸਾਡੇ ਕੋਲੇ ਜਿਹੜੇ ਸਾਡੇ ਜੁਲਾਈ 'ਚ ਬੁੱਕ ਹੋਇਆ ਉਹ ਅਗਸਤ 'ਚ ਓਪਨ ਹੋਣਗੇ ਅਗਸਤ ਵਾਲਾ ਇਸ ਤੋਂ ਬਾਅਦ ਇਹ ਵੇਟਿੰਗ ਵੱਧਦੀ ਜਾਊਗੀ ਔਰ ਇਹ ਨਹੀਂ ਕਿ ਅਸੀਂ ਬਾਜ਼ਾਰੋਂ ਚੱਕ ਕੇ ਸਮਾਨ ਇੱਥੋਂ ਲਿਆ ਕੇ ਉਹ ਕਈ ਲੋਕ ਸਾਡੇ ਵਿਰੋਧੀ ਵੀ ਆ ਚਲੋ ਤੁਸੀਂ ਆਓਗੇ ਗੱਲ ਮੈਂ ਜਵਾਬ ਦੇ ਦੂੰਗਾ ਪਰ ਮੈਂ ਤਾਂ ਇੱਕ ਗੱਲ ਜਾਣਦਾ ਕਿ ਵੀ ਯਾਰ ਇੱਕ ਬੰਦਾ ਸਾਡੀਆਂ ਹੀ ਫਸਲਾਂ ਚੱਕ ਕੇ ਉਹਦੇ ਉੱਤੇ ਆਪਦਾ ਨਾਮ ਲਾ ਕੇ ਹੁਣ ਸਰੋਂ ਕੀ ਕੀਤੀ ਸਰੋਂ ਦੇ ਵਿੱਚ ਤੇਲ ਦਾ ਜਿਹੜਾ ਰੇਟ ਆ ਉਹ ਜਿਹੜਾ ਥੋਕ ਦਾ ਰੇਟ ਆ ਉਹ 160 ਰੁਪਏ ਹੋ ਗਿਆ ਪਿਓਰ ਦਾ 155 ਸਾਨੂੰ ਆ ਰਿਹਾ ਮੈਂ ਤਾਂ ਬਿੱਲ ਚੈੱਕ ਕਰ ਲਿਓ ਅਸੀਂ ਉਹਨੂੰ 165 ਵੇਚਦੇ ਹਾਂ ਵਿੱਚੇ ਟਰਾਂਸਪੋਰਟੇਸ਼ਨ ਵਿੱਚੇ ਟੈਕਸ ਵਿੱਚੇ ਇਹਨਾਂ ਦੀ ਕਮਿਸ਼ਨ ਇਹ ਕਹਿੰਦੇ ਆ ਭਾਜੀ ਬਾਜ਼ਾਰ 'ਚ ਤਾਂ 150 ਮਿਲਦਾ ਉਹ ਪਾਮ ਆਇਲ ਨੂੰ ਮਿਕਸ ਕਰਕੇ ਵੇਚਦੇ ਨੇ ਹੁਣ ਇਹਨਾਂ ਨੇ ਸਰੋਂ ਚੱਕ ਲਈ ਸਾਰੀ ਵਪਾਰੀਆਂ ਨੇ ਉਹ ਸਰੋਂ ਚੱਕ ਕੇ ਤੇ ਉਹੀ ਤੇਲ ਸਾਨੂੰ ਡਬਲ ਕਰਕੇ ਵੇਚਦਾ ਜਿਹੜਾ 100 ਰੁਪਏ ਦੀ ਬੋਤਲ 125 ਦੀ ਮਿਲ ਜਾਂਦੀ ਸੀ ਅੱਜ ਉਹ 170 ਤੇ ਪਹੁੰਚ ਗਈ ਰਿਫਾਈਨਡ ਆਇਲ ਕਿੱਥੇ ਪਹੁੰਚ ਗਿਆ ਇਸ ਕਰਕੇ ਇਹ ਓਵਰਆਲ ਉਦੋਂ ਤੱਕ ਨਹੀਂ ਇਹਦਾ ਹੱਲ ਹੋ ਸਕਦਾ ਜਦੋਂ ਤੱਕ ਅਸੀਂ ਇੱਕ ਦੂਜੇ ਦੀ ਬਾਂਹ ਨਹੀਂ ਫੜਦੇ ਤੁਸੀਂ ਗੱਲ ਵਿਰੋਧੀਆਂ ਦੀ ਕੀਤੀ ਵਿਰੋਧੀ ਤਾਂ ਫਿਰ ਖਾਲਸਾ ਜੀ ਇਹ ਵੀ ਕਹਿੰਦੇ ਨੇ ਨਾ ਵੀ ਉਹ ਕਹਿੰਦੇ ਵੀ ਜਿਹੜੀ ਤੁਸੀਂ ਕਹਿੰਦੇ ਵੀ ਮੈਨੂੰ ਲੁੱਟ ਦੇ ਗੈਪ ਦਾ ਪਤਾ ਲੱਗ ਗਿਆ ਪਰ ਉਹ ਕਹਿੰਦੇ ਵੀ ਖਾਲਸਾ ਜੀ ਨੂੰ ਪਤਾ ਲੱਗ ਗਿਆ ਵੀ ਲੋਕਾਂ ਨੂੰ ਲੁੱਟਣਾ ਕਿਵੇਂ ਕਹਿੰਦੇ ਲੁੱਟਣ ਲੱਗ ਗਏ ਜੀ ਮਤਲਬ ਕਿ ਕੱਲ੍ਹ ਨੂੰ ਕੋਈ ਇਹ ਨਾ ਕਹਿ ਦੇਣ ਵੀ ਕਿਸਾਨ ਵੀ ਉੱਠ ਕੇ ਵੀ ਸਾਤੋਂ ਵੀ ਜਿਹੜੀ ਹੈਗੀ ਇਹਨਾਂ ਨੇ ਚੀਜ਼ ਜੀ 5 ਰੁਪਏ ਦੀ ਖਰੀਦੀ ਸੀ ਤੇ ਇਹ ਵੀ ਹੁਣ ਉਹ ਕਾਰਪੋਰੇਟ ਘਰਾਣਿਆਂ ਦੇ ਵਾਂਗੂ 25 30 ਰੁਪਏ ਦੀ ਵੇਚ ਰਹੇ ਨੇ ਵੀਰ ਜੀ ਗੱਲ ਤੁਹਾਡੀ ਸਵਾਲ ਬਹੁਤ ਵਧੀਆ ਵੀ ਲੁੱਟ ਦੋ ਤਰ੍ਹਾਂ ਦੀ ਹੁੰਦੀ ਆ ਇੱਕ ਲੁੱਟ ਹੁੰਦੀ ਆ ਵੀ ਦਿਮਾਗ ਵਿੱਚ ਮਾਈਂਡ 'ਚ ਆ ਮੇਰੇ ਕਿ ਮੈਂ ਜਗਦੀਪ ਸਿੰਘ ਥਲੀ ਨੂੰ ਲੁੱਟਣਾ ਮੈਂ ਉੱਦਾਂ ਦਾ ਸਬਜ਼ ਬਾਗ ਬਣਾਇਆ ਇੱਕ ਬੰਦੇ ਨੇ ਤਾਂ ਇਹ ਵੀ ਲਾਤਾ ਦੇਖੋ ਵੀਰ ਜੀ ਗੱਲ ਇਹ ਆਉਂਦੀ ਆ ਵੀ ਸੁਹਿਰਦਤਾ ਪੱਤਰਕਾਰੀ ਕੀ ਹੁੰਦੀ ਆ ਤੁਸੀਂ ਮੇਰੇ ਕੋਲੇ ਆਓ ਜੇ ਕੋਈ ਮੇਰੇ ਤੇ ਲੱਗਦਾ ਵੀ ਕੋਈ ਗੱਲ ਆ ਬਾਈ ਮੇਰੇ ਖਿਲਾਫ ਕੋਈ ਬੰਦਾ ਬੋਲਦਾ ਉਹਨੂੰ ਕਹੋ ਭਾਈ ਤੁਹਾਡੇ ਖਿਲਾਫ ਆ ਬੰਦਾ ਬੋਲਦਾ ਦੱਸ ਵੀ ਤੂੰ ਇਹਦਾ ਜਵਾਬ ਕੀ ਹੈ ਉਹਦਾ ਵੀ ਸਟੇਟਮੈਂਟ ਲਾ ਦਿਓ ਮੇਰੀ ਵੀ ਲਾ ਦਿਓ ਇੱਕ ਨੇ ਗੱਲ ਇਹ ਪਾਤੀ ਵੀ ਜਗਦੇਵ ਸਿੰਘ ਖਾਲਸਾ ਦੀ ਗੰਦੀ ਕਰਤੂਤ ਕਹਿੰਦਾ ਪਰਲ ਤੇ ਚਿੱਟ ਫੰਡ ਵਾਂਗੂ ਰਗੜਤੇ ਲੋਕ ਇਹ ਗੱਲ ਮੈਨੂੰ ਇਹ ਦੱਸੋ ਵੀ ਯਾਰ ਮੈਂ 2 ਮਹੀਨੇ 'ਚ ਕਿਹੜੀ ਪਰਲ ਚਲਾਤੀ ਕਿਹੜੇ ਮੈਂ ਚਿੱਟ ਫੰਡ ਚਲਾਤੀ ਇਹਦਾ ਗੱਲ ਸਮਝੋ ਜੇ ਮੇਰੇ ਪੁਰਾਣੇ ਪਿਛੋਕੜ ਤੇ ਜਾਣਾ ਚਾਹੋ ਮੈਂ ਤਾਂ ਆਪਦੀ ਉਹਦੇ ਗੁਸਤਾਖੀ ਮਾਪ 'ਚ ਦੱਸਤਾ ਸੀ ਵੀ ਮੈਂ ਕਿੱਥੋਂ ਪੈਦਾ ਹੋਇਆ ਮੈਨੂੰ ਕੀ ਲੋਸ ਪਿਆ ਮੈਂ ਤਾਂ ਹਰ ਕੁਝ ਦੱਸਿਆ ਤੁਸੀਂ ਜਿਹੜੀ ਗੱਲ ਦਾ ਸਵਾਲ ਕੀਤਾ ਵੀ ਲੁੱਟ ਤਾਂ ਇੱਕ ਇਹ ਹੁੰਦੀ ਵੀ ਇਹ ਬੰਦੇ ਨੇ ਕੀ ਇਹਨਾਂ ਨੂੰ ਬਿਜ਼ਨਸ ਦੇ ਵਿੱਚ ਆਏ ਆ ਇਹ ਕਿਵੇਂ ਆਏ ਆ ਇਹਨਾਂ ਨੇ ਇੱਕ ਭਰੋਸਾ ਕੀਤਾ ਕਿਸ ਤੇ ਕੀਤਾ ਕਿਸਾਨ ਆੜ 13 ਦੇ ਦੂਜਾ ਕੀਤਾ ਮੇਰੀ ਜ਼ਬਾਨ ਤੇ ਮੇਰੀ ਬਾਣੇ ਤੇ ਇਹ ਭਰੋਸਾ ਹੈ ਮੇਰੇ ਮਾਈਂਡ ਦੇ ਵਿੱਚ ਹੋਵੇ ਮੈਂ ਤਾਂ ਆਪਦੇ ਪੈਸੇ ਪੂਰੇ ਕਰ ਲੈਣੇ ਆਪਾਂ ਤਾਂ ਕਮਾ ਲੈਣੇ ਆ ਆਪੇ ਜੋ ਮਰਜ਼ੀ ਹੋਵੇ ਇਹ ਤਾਂ ਹੋ ਗਿਆ ਬਹੁਤ ਵੱਡਾ ਜਿਹਨੂੰ ਕਹਿੰਦੇ ਨੇ ਅਕਿਰਤ ਘਣਤਾ ਨੂੰ ਧਰਤੀ ਉਹਦਾ ਭਾਰ ਨਹੀਂ ਚੱਲਦੀ ਮੇਰੇ ਮਨ ਦੇ ਵਿੱਚ ਆ ਵੀ ਇਹਨਾਂ ਨੇ ਵੀਰ ਜੀ ਤਾਂ ਪਿੱਛੇ ਹਟ ਗਏ ਸੀ ਭੈਣ ਨੇ ਅੱਗੇ ਕੀਤਾ ਵੀ ਯਾਰ ਇਹਨਾਂ ਦੇ ਬੱਚੇ ਇਹ ਪਰਿਵਾਰ ਆਉਣ ਵਾਲੇ ਸਮੇਂ ਵਿੱਚ ਇਹ ਸੋਚਣ ਕਿ ਯਾਰ ਸਾਨੂੰ ਕੋਈ ਬਿਜ਼ਨਸ ਦਿੱਤਾ ਤੇ ਇਹ ਮਤਲਬ ਕਿ ਦਿਲੋਂ ਮਤਲਬ ਕਿ ਸਾਡੇ ਨਾਲ ਜੁੜੇ ਆ ਐਂ ਜੁੜੇ ਰਹਿਣ ਤੇ ਜਿਹੜੀ ਲੁੱਟ ਦੀ ਗੱਲ ਤੁਸੀਂ ਕਹਿੰਦੇ ਹੋ ਵੀ ਜੇ ਤਾਂ ਮੈਂ ਲੋਕਾਂ ਦਾ ਪੈਸਾ ਇਕੱਠਾ ਕਰਕੇ ਜਿੱਦਣ ਇਹਨਾਂ ਨੇ ਅਫਵਾਰਡ ਆਈ ਸੀ ਉਹਦੇ 1.5 ਕਰੋੜ ਰੁਪਏ ਪਿਆ ਸੀ ਅਕਾਊਂਟ ਦੇ ਵਿੱਚ ਮੈਂ ਲੈ ਕੇ ਭੱਜਦਾ ਔਰ ਅੱਜ ਦੇ ਜ਼ਮਾਨੇ 1.5 ਕਰੋੜ ਰੁਪਏ ਬਹੁਤ ਹੁੰਦਾ ਬੰਦੇ ਨੂੰ ਆਪਣੀ ਜ਼ਿੰਦਗੀ ਜਿਉਣ ਲਈ ਮੈਂ ਕਰੋੜ ਰੁਪਏ ਲੋਕਾਂ ਨੂੰ ਮੁੱਠਾ ਮੋੜਦਾ ਉਹ ਚੈਨਲ ਦਾ ਕਹਿ ਕੇ ਮੋੜਿਆ ਇਦੋਂ ਵੱਡਾ ਸੱਚ ਤਾਂ ਕੁਛ ਹੋ ਨਹੀਂ ਸਕਦਾ ਦੂਜੇ ਨੰਬਰ ਤੇ ਆ ਜਾਓ ਹੁਣ ਤੁਸੀਂ ਕਹਿੰਦੇ ਲੁੱਟ ਹੁਣ ਵੀਰ ਜੀ ਜੇ ਤਾਂ ਮੈਂ ਕੋਈ ਚੀਜ਼ ਬਾਜ਼ਾਰੋਂ 10 ਰੁਪਏ ਦੀ ਲੈ ਕੇ 50 ਦੀ ਵੇਚਾਂ ਜਾਂ ਉਹ ਕਾਰਪੋਰੇਟ ਵਾਲੇ ਵੇਚਦੇ ਆ ਤੇ ਮੈਂ ਉਹਨੂੰ 40 ਦੀ ਵੇਚਾਂ ਜਾਂ 30 ਦੀ ਵੇਚਾਂ ਫਿਰ ਤਾਂ ਹੋਊਗੀ ਲੁੱਟ ਜੇ ਮੈਂ ਮੰਨ ਕੇ ਚਲੋ ਵੀ ਉਹ 50 ਦੀ ਵੇਚਦਾ ਸੀ ਚੀਜ਼ ਮੰਨ ਲਓ ਮੈਂ ਤੁਹਾਨੂੰ ਇੱਕ ਵਾਸ਼ਿੰਗ ਪਾਊਡਰ ਦੀ ਤਾਂ ਕਹਿ ਦਿੰਦਾ ਵੀ ਜਿਹੜਾ ਟੌਪ ਲੋਡ ਦਾ ਆਉਂਦਾ ਬਾਜ਼ਾਰ 'ਚ 200 ਰੁਪਏ ਕਿਲੋ ਹੈ ਉਹਦੀ ਕੀਮਤ ਆ 50 ਰੁਪਏ ਬਣਦੀ 55 ਰੁਪਏ ਬਣਦੀ ਕੀਮਤ ਠੀਕ ਹੈ ਜੀ ਉਹ 200 ਦਾ ਵੇਚਦੇ ਸੀ ਮੈਂ ਉਹਨੂੰ 100 ਦਾ ਵੇਚਦਾ ਹੁਣ ਉਹਦੇ ਵਿੱਚ ਸਮਝ ਲਓ ਗੈਪ ਕਿੱਥੇ ਆ 18% ਤਾਂ ਗਵਰਨਮੈਂਟ ਲੈਂਦੀ ਹੈ GST ਗੁੱਡਸ ਸੇਲਸ ਟੈਕਸ 13% ਕਮਿਸ਼ਨ 31 ਹੋ ਗਿਆ 5% ਟਰਾਂਸਪੋਰਟੇਸ਼ਨ ਹੋ ਗਈ 36 ਹੋ ਗਿਆ 5% ਮੇਰਾ ਪ੍ਰੋਫਿਟ ਹੈ ਹੁਣ ਮੈਂ ਮਿਹਨਤ ਕੀਤੀ ਹੈ ਮੈਂ ਤਾਂ ਪਹਿਲਾਂ ਹੀ ਚੱਲਣਾ ਤਾਂ ਕਿਹਾ ਵੀ ਮੈਂ ਤਾਂ ਬਿਜ਼ਨਸਮੈਨ ਆ ਮੈਂ ਕੋਈ ਸੰਤ ਨਹੀਂ ਮੈਂ ਕੋਈ ਮਹਾਂਪੁਰਖ ਨਹੀਂ ਵੀ ਮੈਂ ਕੋਈ ਐਡਾ ਵੱਡਾ ਉਹ ਨਹੀਂ ਕਿ ਵੀ ਮੈਨੂੰ ਤੁਸੀਂ ਇਹ ਨਾ ਸਮਝੋ ਮੈਂ ਤਾਂ ਵਪਾਰੀ ਹਾਂ ਪਰ ਮੈਂ ਵਪਾਰ ਇਹ ਸੋਚ ਕੇ ਕਰਦਾ ਕਿ ਯਾਰ ਜੋ ਸਾਡੇ ਗੁਰੂ ਦਾ ਫਲਸਫਾ ਉਹਦੇ ਮੁਤਾਬਕ ਕਰੀਦਾ ਜੇ ਮੈਂ ਕਹਿ ਦਿਆਂ ਤੁਹਾਨੂੰ ਜੀ ਮੈਂ ਤਾਂ ਸੇਵਾ ਕਰਦਾ ਤੁਸੀਂ ਉਹਦੀ ਫੜ ਲਓਗੇ ਕਿ ਯਾਰ ਇਹ ਬੰਦਾ ਗੱਡੀਆਂ ਲੈ ਕੇ ਘੁੰਮਦਾ ਇਹ ਬੰਦਾ ਵਧੀਆ ਜ਼ਿੰਦਗੀ ਜੀ ਰਿਹਾ ਅੱਜ ਦੀ ਜ਼ਿੰਦਗੀ ਦੇ ਇਹ ਬੰਦਾ ਫਿਰ ਇਹਦਾ ਮਤਲਬ ਇਹਨੂੰ ਚੈਰਿਟੀ ਆਉਂਦੀ ਹੋਊਗੀ ਇਹ ਕਿਤੋਂ ਦਾ ਕਮਾਉਂਦਾ ਨਹੀਂ ਠੱਗੀ ਮਾਰਦਾ ਜਾਂ ਝੂਠ ਬੋਲ ਰਿਹਾ ਮੈਂ 5% ਮੇਰਾ ਹੋ ਗਿਆ 5% 'ਚ ਐਡਵਰਟਾਈਜ਼ਮੈਂਟ ਦੇ ਸਾਰੇ ਖਰਚੇ ਹੁੰਦੇ ਨੇ ਤਾਂ ਤਕਰੀਬਨ ਵੀਰ ਜੀ ਮੰਨ ਲਓ 50% ਉਹਦੇ ਵਿੱਚ ਜਾਂ 45% ਐਡ ਹੁੰਦਾ ਤਾਂ ਗਾਹਕ ਜਿਹੜਾ 150 ਵਾਲੀ ਚੀਜ਼ ਦਾ 55 ਵਾਲੀ ਚੀਜ਼ ਦਾ 200 ਭਰਦਾ ਸੀ ਹੁਣ ਉਹ 100 ਭਰਦਾ ਹੁਣ ਇਸ ਤੇ ਆ ਜਾਓ ਹੁਣ ਕਈ ਚੀਜ਼ਾਂ ਐਸੀਆਂ ਨੇ ਕੱਲ੍ਹ ਨੂੰ ਰਿਲਾਇੰਸ ਵਾਲੇ ਨਹੀਂ ਨਾ ਜਾਂ ਹੋਰ ਜਿਨ੍ਹਾਂ ਦੇ ਤੁਸੀਂ ਨਾਂ ਲੈਂਦੇ ਹੋ ਵੀ ਇਹ ਸਟੋਰ ਦਾਅਵਾ ਕਰਦੇ ਨੇ ਘੱਟ ਰੇਟਾਂ ਦਾ ਤੇ ਤੁਸੀਂ ਇੱਥੇ ਦੱਸੋ ਵੀ ਮੰਨ ਲਓ ਨਮਕੀਨ ਦਾ ਪੈਕਟ ਵੀ ਆ ਜੀ ਸਾਡੇ ਕੋਲ ਇਹ 75 ਰੁਪਏ ਦਾ ਵਧੀਆ ਤੇ ਉਹ ਕਹਿਣ ਬਈ ਸੇਮ ਕੁਆਲਿਟੀ ਸੇਮ ਚੀਜ਼ ਸਾਡੇ ਕੋਲ ਤੇ ਇਹ 50 ਰੁਪਏ ਦੀ ਹੈ ਜੀ ਵੀਰ ਜੀ ਵੇਖੋ ਇੱਕ ਗੱਲ ਹੁੰਦੀ ਆ ਕਹਿਣ ਦੀ ਪਹਿਲੀ ਗੱਲ ਇਹ 75 ਦਾ ਨਹੀਂ ਹੈਗਾ ਇਹ 60 ਦਾ ਜੀ ਮੈਂ ਇੱਕ ਉਦਾਹਰਨ ਹੈ ਐਗਜ਼ਾਮਪਲ 60 ਰੁਪਏ ਦਾ
ਜੇ ਤੁਸੀਂ ਸਕੀਮ ਦੇ ਵਿੱਚ ਚਲੇ ਜਾਓਗੇ ਜਾਂ ਉਹਦੇ 'ਚ ਚਾਹੋਗੇ ਪ੍ਰੋਪਰ। ਹੁਣ ਨਮਕੀਨ ਦਾ ਫਰਕ ਹੈ। ਇੱਕ ਨਮਕੀਨ ਤੁਸੀਂ ਖਾਂਦੇ ਹੋ, ਤੁਹਾਡਾ ਨਮਕੀਨ ਖਾਣ ਤੁਹਾਨੂੰ ਖੱਟੇ ਮਿੱਠੇ ਡਕਾਰ ਸ਼ੁਰੂ ਹੋ ਜਾਂਦੇ ਨੇ, ਤੁਹਾਨੂੰ ਲੱਗਦਾ ਯਾਰ ਮੈਂ ਪੰਗਾ ਹੀ ਲੈ ਲਿਆ। ਇੱਕ ਖਾਂਦੇ ਹੋ ਬੈਠੇ ਪੈਕਟ ਖਾ ਜਾਂਦੇ ਹੋ, ਯਾਰ ਪਤਾ ਹੀ ਨਹੀਂ ਲੱਗਦਾ। ਇਸ ਕਰਕੇ ਜਿਹੜੀ ਕੁਆਲਿਟੀ ਹੈ, ਸਾਡਾ ਇੱਕੋ ਜਿਹਾ ਫਾਰਮੂਲਾ। ਮੇਰੇ ਬੌਸ ਨੂੰ ਜਦੋਂ ਮੈਂ ਬਿਜ਼ਨਸ ਸਿੱਖਿਆ ਸੀ, ਉਹ ਕਹਿੰਦਾ ਸਾਡਾ ਕੋਈ ਕੰਪੀਟੀਸ਼ਨ ਨਹੀਂ ਕਰ ਸਕਦਾ। ਮੇਰੇ ਦਿਮਾਗ ਦੇ ਵਿੱਚ ਉਹਨੇ ਉਹ ਗੱਲ ਪਈ ਹੋਈ ਆ। ਉਹ ਕਹਿੰਦੇ ਵੀ ਅਸੀਂ ਨਾਰਮਲ ਮਾਰਜਨ ਲੈਂਦੇ ਹਾਂ ਤੇ ਅਸੀਂ ਉਹਦੇ ਤੇ ਕੰਮ ਕਰਦੇ ਹਾਂ। ਕਹਿੰਦਾ ਜਿਹੜਾ ਸਾਡੇ ਨਾਲ ਕੰਪੀਟੀਸ਼ਨ ਕਰਨ ਆਊਗਾ, ਜੇ ਉਹ ਨਾਰਮਲ ਮਾਰਜਨ ਲਊਗਾ ਤਾਂ ਉਹ ਸਾਡੇ ਬਰਾਬਰ ਦਾ ਪ੍ਰੋਡਕਟ ਦੇ ਸਕਦਾ। ਜੇਕਰ ਉਹ ਸਾਡੇ ਤੋਂ ਵੱਧ ਕਮਾਊਗਾ ਤਾਂ ਕੁਆਲਿਟੀ ਘਟਾਊਗਾ, ਤਾਂ ਵੀ ਉਹ ਫੇਲ ਹੋ ਜਾਊਗਾ। ਜੇ ਵੱਧ ਪੈਸੇ ਲਊਗਾ ਤਾਂ ਵੀ ਲੈ ਲਊਗਾ। ਅਸੀਂ ਤਾਂ ਇੱਕ ਫਾਰਮੂਲਾ ਬਣਾਤਾ ਵੀ ਉਸ ਫਾਰਮੂਲੇ ਦੇ ਹੁਣ ਰਿਲਾਇੰਸ ਹੈ। ਜਿਸ ਦਿਨ ਅਸੀਂ ਮੰਨ ਲਓ ਰਿਲਾਇੰਸ ਤਾਂ ਛੱਡੋ, ਰਿਲਾਇੰਸ ਦੇ ਅਸੀਂ 1% 'ਚ ਵੀ ਪਹੁੰਚ ਗਏ, ਉਹਦੇ ਤਾਂ ਅਸੀਂ ਰੇਟ ਹੋਰ ਘਟਾ ਦਿਆਂਗੇ। ਕਿਉਂਕਿ ਅੱਜ ਦਾ ਸਾਡੀ ਜਿਹੜੀ ਕਾਸਟ ਆ, ਸਾਨੂੰ ਪ੍ਰੋਡਕਟ ਹੀ ਮਹਿੰਗਾ ਮਿਲ ਰਿਹਾ। ਅਸੀਂ ਜਿੱਥੋਂ ਵੀ ਪ੍ਰੋਡਕਟ ਬਣਦਾ, ਕਿਉਂਕਿ ਜਿੱਥੇ ਰਿਲਾਇੰਸ ਮੰਨ ਲਓ ਹਜ਼ਾਰਾਂ ਕਰੋੜ ਦਾ ਪ੍ਰੋਡਕਟ ਲੈ ਲੈਂਦੀ ਆ, ਅਸੀਂ ਤਾਂ ਲੱਖਾਂ 'ਚ ਲੈ ਰਹੇ ਹਾਂ ਜੀ। ਇਸ ਕਰਕੇ ਹਾਂ ਕੰਪੀਟੀਸ਼ਨ ਆ ਵੀਰ ਜੀ। ਜੋ ਦੇਖੋ, ਇਹ ਨਹੀਂ ਦੁਨੀਆ ਦੇ ਵਿੱਚ ਰੱਬ ਦੀ, ਹਰ ਬੰਦੇ ਨੂੰ ਉਹਨੇ ਇੱਕ ਸਿਸਟਮ ਦਿੱਤਾ। ਐਡੀ ਵੱਡਾ ਭਾਰਤ ਦੀ ਮਾਰਕੀਟ ਆ, ਅਸੀਂ ਕਹਿੰਦੇ ਯਾਰ ਅਸੀਂ ਇੰਨਾ ਜ਼ਿਆਦਾ ਨਹੀਂ, ਅਸੀਂ ਤਾਂ 1% ਜਾਂ 2 ਕਰਕੇ ਤਾਂ ਵੀ ਬਹੁਤ ਆ। ਸਾਡੇ ਪੰਜਾਬ ਦੇ ਵਿੱਚ ਅਸੀਂ 5000 ਸਟੋਰ ਦਾ ਪਲਾਨ ਕੀਤਾ ਤੇ 5 ਦੇ ਵਿੱਚ ਵੀ ਇਹ ਮੰਨ ਕੇ ਚਲੋ ਵੀ ਲੋਕ ਲੈਣਾ 'ਚ ਲੱਗੇ ਹੋਏ ਨੇ। ਤਾਂ ਜੇ ਲੋਕ ਲੈਣਾ 'ਚ ਲੱਗੇ ਨੇ, ਉਹ ਐ ਨਹੀਂ ਲੱਗੇ ਵੀ ਜੁਦੇਵ ਸਿੰਘ ਨੇ ਕੋਈ ਉੱਥੇ ਆਇਆ। ਫੇਸਬੁੱਕ ਤੇ ਬਹੁਤ ਲੋਕ ਵੀਡੀਓ ਪਾਉਂਦੇ ਨੇ, ਲੋਕਾਂ ਨੇ ਪਾਈਆਂ ਵੀ ਨੇ ਵੀ ਐਡੀ ਕੀ। ਲੋਕਾਂ ਨੇ ਪ੍ਰੈਕਟੀਕਲ ਦੇਖਿਆ। ਮੇਰੀਆਂ ਘੱਟ ਤੋਂ ਘੱਟ 30-40 ਵੀਡੀਓ ਫਿਰਦੀਆਂ ਨੇ ਫੇਸਬੁੱਕ ਤੇ। ਲੋਕ ਵੇਖਦੇ ਨੇ, ਉਹ ਵੇਖ ਕੇ ਜਦੋਂ ਪੁੱਛੀਦਾ ਭਾਜੀ ਤੁਹਾਡੀ ਹਰ ਵੀਡੀਓ ਵੇਖੀ ਆ ਤਾਂ ਆਏ ਆ। ਇਸ ਕਰਕੇ ਇਹ ਚੀਜ਼ ਦੇ ਉੱਤੇ ਵਰਕ ਹੋ ਰਿਹਾ। ਤੇ ਖਾਲਸਾ ਜੀ, ਜਿਹੜੇ ਕਿਸਾਨਾਂ ਤੋਂ ਤੁਸੀਂ ਸਮਾਨ ਮੰਨ ਲਓ ਖਰੀਦ ਰਹੇ ਹੋ, ਤੇ ਉਹ ਕਿਸਾਨਾਂ ਨੂੰ ਕੋਈ ਬੈਨੀਫਿਟ ਹੋ ਰਿਹਾ? ਕਿਤੇ ਇਹ ਤਾਂ ਨਹੀਂ ਆ ਵੀ ਜੇ ਰਿਲਾਇੰਸ ਵਾਲੇ 10 ਰੁਪਏ ਖਰੀਦੇ ਤੇ ਤੁਸੀਂ ਕਹਿੰਦੇ ਵੀ ਮੈਂ ਤੁਹਾਨੂੰ 10 ਰੁਪਏ ਦਿੰਦਾ, ਤੁਸੀਂ ਮੈਨੂੰ ਦਿਓ, ਸਿੱਖ ਬੰਦੇ ਨੂੰ ਦਿਓ। ਕੀ ਤੁਸੀਂ ਉਹਨਾਂ ਨੂੰ, ਜੇ ਰਿਲਾਇੰਸ ਮੰਨ ਲਓ 10 ਰੁਪਏ 'ਚ ਖਰੀਦਦੇ, ਕਾਰਪੋਰੇਟ ਘਰਾਣੇ 10 ਰੁਪਏ 'ਚ ਖਰੀਦ ਰਹੇ, ਕੀ ਤੁਸੀਂ 12 ਰੁਪਏ 'ਚ ਖਰੀਦ ਰਹੇ ਹੋ ਜੀ? ਵੀਰ ਜੀ, ਮੈਂ ਤੁਹਾਨੂੰ ਇਹਦਾ ਸਵਾਲ ਦਾ ਜਵਾਬ ਤੁਹਾਨੂੰ ਉਸ ਤਰੀਕੇ ਨਾਲ ਦਿੰਦਾ। ਤੁਹਾਡਾ ਸਵਾਲ ਬਹੁਤ ਸੋਹਣਾ ਹੈ। ਪਹਿਲੀ ਗੱਲ ਤਾਂ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ, ਰਾਜਸਥਾਨ ਦੇ ਵਿੱਚ, ਹਰਿਆਣੇ ਵਿੱਚ, MP ਵਿੱਚ ਕਿਤੇ ਇਹ ਦੱਸੋ ਵੀ ਕਿਸਾਨ ਇੱਕ ਪ੍ਰੋਡਕਟ ਜਿਹੜਾ ਹੁਣ ਉਹਦੇ ਕੋਲ ਜਿਹੜਾ ਅਸੀਂ ਖਰੀਦੀਏ। ਸਵਾਲ ਦਾ ਤੁਹਾਡੇ ਸਵਾਲ ਤੇ ਸਵਾਲ, ਕਿਉਂਕਿ ਇਸ ਵੇਲੇ ਦਾਲਾਂ ਵੀ ਕਿਸਾਨਾਂ ਕੋਲ ਹੈ ਨਹੀਂ, ਕਿਸਾਨਾਂ ਕੋਲ ਕਣਕ ਵੀ ਹੈ ਨਹੀਂ। ਇਸ ਵੇਲੇ ਜੀਰੀ ਝੋਨਾ ਲਾਇਆ ਹੋਇਆ ਅਸੀਂ, ਠੀਕ ਆ। ਅਸੀਂ ਕਿਸਾਨਾਂ ਨੂੰ ਐਸਾ ਸਿਸਟਮ ਹੁਣ ਰਾਜਸਥਾਨ 'ਚ ਦੇ ਰਹੇ ਹਾਂ, ਜਿਵੇਂ ਹੁਣ ਅਸੀਂ ਮੂੰਗੀ ਦਾ ਉੱਥੇ ਕਰਾਇਆ ਵੀ ਮੂੰਗੀ ਅਸੀਂ ਥੋੜ੍ਹੀ ਜਿਹੀ ਮਹਿੰਗੀ ਲਵਾਂਗੇ ਵਾਪਸ, ਠੀਕ ਆ। ਉਹਦੇ ਮੁਤਾਬਕ ਜਦੋਂ ਕਿਸਾਨ ਹੱਟ ਦਾ ਸਟੋਰ ਪ੍ਰੋਪਰ ਬਣ ਜਾਏਗਾ, ਪ੍ਰੋਪਰ ਬਣ ਗਏ, ਉਸ ਤੋਂ ਬਾਅਦ ਕਿਸਾਨਾਂ ਦੀਆਂ ਪਿੰਡ ਟੀਮਾਂ ਬਣਾ ਰਹੇ ਆ। ਇੱਕ ਪਿੰਡ 'ਚੋਂ 13 ਕਿਸਾਨ ਲੈ ਰਹੇ, ਇੱਕ ਪਿੰਡ 'ਚੋਂ ਬਲਾਕ ਤੇ 13, ਤਹਿਸੀਲ ਤੇ 13। ਉਹਦੇ ਵਿੱਚ ਉਹਨਾਂ ਦੇ ਮੁੰਡਿਆਂ ਨੂੰ ਟ੍ਰੇਨਿੰਗ ਦੇ ਕੇ ਵੀ ਜਿਹੜੀ ਚੀਜ਼ ਤੁਸੀਂ ਲੈਣੀ ਆ, 13 ਸਾਡੀਆਂ ਡਿਵੀਜ਼ਨ ਹੈ, ਅਸੀਂ ਤਾਂ ਉਹਨਾਂ ਨੂੰ A to Z ਚੀਜ਼ ਦੇਣੀ ਆ। ਅਸੀਂ ਇੱਕ ਘਰ 'ਚ ਇੱਕ ਮੇਰਾ ਮਿਸ਼ਨ ਆ। ਮੈਂ ਭਾਰਤ ਵਿੱਚ, ਮੈਂ ਇਹ ਨਹੀਂ ਕਹਿੰਦਾ, ਭਾਰਤ ਵਿੱਚ ਹਰ ਘਰ ਵਿੱਚ ਇੱਕ ਬਿਜ਼ਨਸਮੈਨ ਪੈਦਾ ਕਰਨਾ ਚਾਹੁੰਦਾ। ਮੇਰਾ ਮਿਸ਼ਨ ਆ। ਮੈਂ ਸਾਰੀਆਂ ਜਿਹੜੇ ਧਰਮ ਨੇ ਬਰਾਬਰ ਸਮਝਦਾ, ਇਨਸਾਨ ਨੂੰ ਬਰਾਬਰ ਸਮਝਦਾ। ਮਾਨਸ ਕੀ ਜਾਤ ਸਭ ਇੱਕ ਪਹਿਚਾਨ ਵੋ। ਉਹਦੇ ਵਿੱਚ ਦੂਜੀ ਗੱਲ ਜਿਹੜੀ ਮੇਰੀ ਕੌਮ ਦੀ ਗੱਲ ਆ, ਸਿੱਖ ਕੌਮ ਦੀ। ਸਿੱਖ ਕੌਮ ਦੇ ਵਿੱਚ ਸਾਡੇ ਬਿਜ਼ਨਸਮੈਨ ਨਹੀਂ ਹੈਗੇ। ਬਹੁਤ ਪ੍ਰੋਬਲਮ ਵੱਡੀ ਆ। ਪਹਿਲਾ ਕੰਮ ਆ ਵਿਦੇਸ਼ਾਂ ਨੂੰ ਜਾਣਾ, ਦੂਜਾ ਕੰਮ ਆ ਸਰਕਾਰੀ ਨੌਕਰੀ ਲੱਭਣਾ, ਤੀਜਾ ਕੰਮ ਖੇਤੀ ਕਰਨਾ। ਉਹ ਵੀ ਸਾਡੇ ਤੋਂ ਖੋਣੀ ਸ਼ੁਰੂ ਕਰ ਦਿੱਤੀ। ਮੈਂ ਤਾਂ ਇੱਕ ਵੀਰ ਜੀ ਪਲੇਟਫਾਰਮ ਦਿੱਤਾ ਔਰ ਸੋਚ ਡਿਵੈਲਪ ਕਰ ਰਿਹਾ ਲੋਕਾਂ ਦੀ ਕਿ ਕੱਲ੍ਹ ਨੂੰ ਤੁਸੀਂ ਕੋਈ ਫੈਕਟਰੀ ਲਾਉਣਾ ਚਾਹੁੰਦੇ ਹੋ, ਤੁਸੀਂ ਕਹਿੰਦੇ ਹੋ ਮੇਰੇ ਕੋਲ 100 ਏਕੜ ਜ਼ਮੀਨ ਆ, ਮੈਂ ਮੂੰਗੀ ਬੀਜਣੀ ਆ, ਫਸਲਾਂ ਮੈਂ ਕੰਟਰੈਕਟ ਕਰਨ ਨੂੰ ਤਿਆਰ ਆ। ਔਰ ਉਹਦੇ ਵਿੱਚ ਜਿਹੜਾ ਕੰਟਰੈਕਟ ਕਰਕੇ ਦੇਵਾਂਗੇ, ਉਹ ਸਪੈਸ਼ਲ ਉਹਦੇ ਬੰਦੇ ਦਾ ਨਾਮ ਆਊਗਾ ਵੀ ਇਸ ਖੇਤ ਦੀ ਹੈਗੀ ਆ। ਉਹਦਾ ਰੇਟ ਜਿਹੜਾ ਉਹਨੂੰ ਜੇ ਵੱਧ ਦਿੱਤਾ ਤਾਂ ਉਹਦਾ ਰੇਟ ਬਾਜ਼ਾਰ ਨਾਲੋਂ, ਜੇ ਮੰਨ ਕੇ ਚਲੋ ਜੇ ਆਮ ਚਣਾ ਬਾਜ਼ਾਰ ਦੇ ਵਿੱਚ 80 ਰੁਪਏ ਕਿਲੋ ਆ ਜਾਂ 70 ਰੁਪਏ ਕਿਲੋ ਹੈ, ਤਾਂ ਜੇ ਉਹਨੂੰ 5 ਵੱਧ ਦਿੱਤੇ ਆ ਤਾਂ 75 ਰੁਪਏ ਵੀ ਇਹ ਕਿਸਾਨ ਦੀ ਆ ਔਰ ਲੋਕ ਲੈਣਗੇ। ਇਹ ਚੀਜ਼ ਦੇ ਉੱਤੇ ਅਸੀਂ ਵਰਕ ਕਰ ਰਹੇ ਹਾਂ। ਅੱਜ ਮੈਂ ਤੁਹਾਨੂੰ ਕਹਾਂ, ਮੈਂ ਤਾਂ ਜੀ ਕਿਸਾਨਾਂ ਤੋਂ ਚੱਕ ਰਿਹਾ, ਮੈਂ ਝੂਠ ਮੇਰੀ ਗੱਲ, ਮੈਂ ਕਿਉਂ ਬੋਲਾਂ? ਕਿਉਂਕਿ ਮੈਂ ਕਹਾਂ ਵੀ ਅਗਲਾ ਕਹਿੰਦਾ ਜੀ ਕਿਹੜੇ ਕਿਸਾਨ ਤੋਂ ਚੱਕੇ, ਦੂਜਾ ਸਵਾਲ ਤਾਂ ਅਗਲਾ ਉੱਥੇ ਹੀ ਖੜਾ ਕਰ ਦਿੰਦਾ ਨਾ। ਮਤਲਬ ਕਿ ਭਵਿੱਖ ਦੇ ਵਿੱਚ, ਆਉਣ ਵਾਲੇ ਭਵਿੱਖ 'ਚ ਕਿਸਾਨਾਂ ਨੂੰ ਫਾਇਦਾ ਹੋਊਗਾ ਜਿਨ੍ਹਾਂ ਤੋਂ ਚੱਕਣਾ ਹੈ। ਬਿਲਕੁਲ ਜੀ, ਬਿਲਕੁਲ। ਵੇਖੋ ਥਲੀ ਸਾਹਿਬ, ਗੱਲ ਇੱਦਾਂ ਹੈ, ਮੇਰਾ ਤਾਂ ਮਕਸਦ ਇੱਕ ਹੈ। ਕਿਉਂਕਿ ਤੁਹਾਨੂੰ ਕੋਈ ਕੱਲ੍ਹ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਾ ਕਹਿ ਜਾਣ ਵੀ ਅੰਬਾਨੀ ਅਡਾਨੀ ਤਾਂ ਚਲੋ ਪਤਾ ਹੀ ਸੀਗੇ ਭਈ, ਇੱਕ ਪੱਗ ਵਾਲਾ ਵੀ ਆ ਗਿਆ, ਇੱਕ ਅੰਬਾਨੀ ਅਡਾਨੀ। ਬਿਲਕੁਲ। ਲੋਕ ਦਾ ਪਤਾ ਕੀ ਗੱਲ ਆ, ਦੇਖੋ ਲੋਕਾਂ ਦੇ ਸੋਚ ਹੈ। ਦੇਖੋ ਨੈਗੇਟਿਵ ਹੋਣਾ ਜ਼ਰੂਰੀ ਆ ਹਰ ਕੰਮ ਵਿੱਚ। ਜੇ ਬਿਜਲੀ ਵਿੱਚ ਪੋਜ਼ਿਟਿਵ ਤੇ ਨੈਗੇਟਿਵ ਹੈਗਾ ਤਾਂ ਹੀ ਕਰੰਟ ਆਉਂਦਾ। ਜੇਕਰ ਤੁਹਾਡੇ ਜਿਹੜੇ ਨੈਗੇਟਿਵ ਲੋਕ ਹੁੰਦੇ ਨੇ, ਤੁਹਾਨੂੰ ਨਾ ਬੰਨ੍ਹ ਕੇ ਰੱਖਦੇ ਨੇ ਵੀ ਤੁਸੀਂ ਕਿਤੇ ਮਰਿਆਦਾ ਤੋਂ ਬਾਹਰ ਨਾ ਹੋ ਜਾਓ। ਚਾਹੀਦੇ ਨੇ ਸਾਨੂੰ ਉਹ ਲੋਕ ਵੀ। ਮੈਂ ਤਾਂ ਵੀਰ ਜੀ ਇੱਕ ਗੱਲ ਉਹਨਾਂ ਬੇਨਤੀ ਤੁਹਾਡੇ ਕੈਮਰੇ ਨਹੀਂ ਕਰਨਾ, ਉਹਨਾਂ ਨੂੰ ਵੀ, ਬਈ ਤੁਸੀਂ ਭਰਾ ਜੀ ਸਾਡੇ ਲੁਧਿਆਣੇ ਦਫ਼ਤਰ ਆ ਜਾਓ, ਤੁਸੀਂ ਆ ਕੇ ਇੱਕ ਚੀਜ਼ ਦੀ ਸਾਡੇ ਤੋਂ ਟ੍ਰੇਨਿੰਗ ਲੈ ਲਓ, ਸਾਡੇ ਬਿੱਲ ਚੈੱਕ ਕਰ ਲਓ। ਤੁਸੀਂ ਜੇ ਤੁਹਾਨੂੰ ਕੋਈ ਲੱਗਦਾ ਵੀ ਸਾਡੇ 'ਚ ਗਲਤੀ ਆ ਜਾਂ ਅਸੀਂ ਗਲਤ ਕਰ ਰਹੇ ਹਾਂ ਜਾਂ ਅਸੀਂ ਕੀਤਾ, ਉਹ 'ਚ ਸਾਨੂੰ ਸੁਧਾਰ ਦਿਓ। ਅਸੀਂ ਭੱਜੇ ਤਾਂ ਨਹੀਂ ਕਿਤੇ। ਜੇ ਮੰਨ ਲਓ ਕੋਈ ਕੰਮ ਕਰਦਾ ਪਿਆ ਬੰਦਾ, ਫੀਲਡ ਵਿੱਚ ਚੱਲੀ ਜਾਂਦਾ। ਮੈਂ ਤਾਂ 13 ਹੁਣ ਸਾਡੇ AC ਲਾਂਚ ਹੋ ਰਿਹਾ, ਤੁਹਾਡੇ ਕਹਿ ਦਿਆਂ AC ਲਾਂਚ ਹੋ ਰਿਹਾ ਔਰ ਇਨਵਰਟਰ AC ਆ ਰਿਹਾ।
ਇਨਵਰਟਰ, ਆਪਣੀਆਂ LED ਵਾਸ਼ਿੰਗ ਮਸ਼ੀਨਾਂ ਆ ਰਹੀਆਂ। ਨੈਕਸਟ ਸਾਡਾ ਪ੍ਰੋਜੈਕਟ ਉਹ ਲਾਂਚ ਹੋ ਰਿਹਾ। ਜਦੋਂ ਉਹ ਆਉਣਗੇ ਤੁਸੀਂ ਦੇਖੋਗੇ ਕਿ ਯਾਰ ਕਿਸਾਨਾਂ ਦਾ ਇਨਵਰਟਰ ਹੁਣ ਇਲੈਕਟ੍ਰੋਨਿਕ ਇਨਸਟਰੂਮੈਂਟ ਜਾਂ ਇਲੈਕਟ੍ਰੀਕਲ ਬਿਲਕੁਲ ਦੋਨੋਂ ਆ ਰਹੇ ਆ। ਇਹਦੇ ਵਿੱਚ ਇਹ ਤੁਹਾਡੀ ਕੋਈ ਫੈਕਟਰੀ ਹੈ ਵੀਰ ਜੀ? ਹਾਂ, ਜਾਂ ਕੋਈ ਮਤਲਬ ਕਿ ਕਿਉਂਕਿ ਸਵਾਲ ਮੈਂ ਬਹੁਤ ਜਦੋਂ ਅਸੀਂ ਕਮੈਂਟ ਦੇਖ ਲੈਂਦੇ ਆ, ਮੈਂ ਅੱਜ ਪੋਜ਼ਿਟਿਵ ਸਵਾਲ ਨਹੀਂ ਲੈ ਰਿਹਾ, ਨੈਗੇਟਿਵ ਇਸ ਕਰਕੇ ਲੈ ਰਿਹਾ ਵੀ ਜੇ ਬੰਦਾ ਸੱਚਾ ਤਾਂ ਆਪਣੇ ਬਾਈ ਜੋ ਬਲੇਮ ਨੇ ਲੋਕਾਂ ਦੇ ਸਵਾਲ ਨੇ ਉਹ ਕਲੀਅਰ ਕਰੇ। ਮੈਂ ਇਸ ਕਰਕੇ ਤੁਹਾਨੂੰ ਕਰ ਰਿਹਾ। ਲੋਕ ਤਾਂ ਇਹ ਵੀ ਕਹਿੰਦੇ ਵੀ ਖਾਲਸਾ ਜੀ ਦੀਆਂ ਫੈਕਟਰੀਆਂ ਸਾਨੂੰ ਦਿਖਾਓ ਵੀ ਕਾਰਪੋਰੇਟ ਘਰਾਣੇ ਤੋਂ ਬਹੁਤ ਘੱਟ ਰੇਟ ਤੋਂ ਹੀ ਖਰੀਦ ਕੇ ਤੇ ਲੈਵਲ ਆਪਣੇ ਛਾਪ ਕੇ ਥੋਪੀ ਜਾ ਰਹੇ। ਬਿਲਕੁਲ ਜੀ। ਇਹ ਤੁਹਾਡਾ ਮੈਂ ਤਾਂ ਤੁਹਾਨੂੰ ਤੁਸੀਂ ਅੱਜ ਆਏ ਹੋ, ਤੁਸੀਂ ਆਉਣ ਲਈ ਮੈਨੂੰ ਪਤਾ ਵੀ ਜਗਦੀਪ ਸਿੰਘ ਨੇ ਥਲੀ ਨੇ ਗੱਲ ਉਹ ਕਰਨੀ ਹੈ ਜਿਹੜੀ ਸੱਚ ਹੈ, ਤੇ ਮੈਨੂੰ ਵੀ ਮੈਂ ਕਹਿੰਦਾ ਵੀ ਸੱਚ ਦਾ ਮਜ਼ਾ ਹੀ ਫੇਰ ਆਉਂਦਾ। ਮੈਨੂੰ ਤਾਂ ਇੰਟਰਵਿਊ ਵੀ ਤੁਹਾਡੇ ਵਰਗੇ ਪੱਤਰਕਾਰਾਂ ਨੂੰ ਦੇ ਕੇ ਸਵਾਦ ਆਉਂਦਾ ਕਿ ਯਾਰ ਗੱਲ ਦਾ ਵੀ ਵਾਲ ਦੀ ਖੱਲ ਲਾ ਦਿਓ। ਪਹਿਲੀ ਗੱਲ ਵੀਰ ਜੀ, ਮੈਨੂੰ ਇੱਕ ਇੰਡਸਟਰੀ ਦਿਖਾਓ। ਮੈਂ ਸਵਾਲ ਤੁਹਾਡੇ ਤੇ ਕਰਦਾ, ਇੱਕ ਇੰਡਸਟਰੀ ਵਿਖਾਓ। ਟਾਟਾ, ਰਿਲਾਇੰਸ, ਅੰਬਾਨੀ, ਰਿਲਾਇੰਸ ਅੰਬਾਨੀ ਆ ਗਿਆ, ਅਡਾਨੀ ਨਾਲ ਤੁਸੀਂ ਮੈਨੂੰ ਇਹ ਵਿਖਾ ਦਿਓ ਇੱਕ ਵੀ ਹੀਰੋ ਜਿੰਨੀਆਂ ਵੀ ਆ ਵੀ ਉਹ ਸਾਰੀਆਂ ਫੈਕਟਰੀਆਂ ਉਹਨਾਂ ਦੀਆਂ ਆਪ ਦੀਆਂ ਲੱਗੀਆਂ। ਪਹਿਲਾ ਸਵਾਲ। ਸਾਡੀ ਉਮਰ ਹੈ 6 ਮਹੀਨਿਆਂ ਦੀ। 5 ਜਨਵਰੀ ਨੂੰ ਮੇਰੀ ਪਹਿਲੀ ਵੀਡੀਓ ਲਾਂਚ ਹੋਈ ਆ। 26 ਜਨਵਰੀ ਨੂੰ ਸਾਡਾ ਅੰਦੋਲਨ ਤੋਂ ਅਸੀਂ ਦਫ਼ਤਰ ਬਣਾਇਆ ਤੇ ਮੈਨੂੰ ਅਜੇ 6 ਮਹੀਨੇ ਹੋਏ। 6 ਮਹੀਨੇ ਦਾ ਇੱਕ ਬੱਚਾ ਉਹ ਕੀ ਕਰ ਸਕਦਾ? ਮੈਂ ਕਹਿੰਦਾ ਵੀ ਇੱਕ ਬਹੁਤ ਵੱਡਾ ਬੰਦਾ, ਇੱਕ ਬੱਚਾ, ਮੇਰੀ ਉਮਰ ਤਾਂ 6 ਮਹੀਨੇ ਨਾ, ਸਾਡੀ ਕਿਸਾਨ ਹੱਟ ਦੀ ਲਾ ਲਓ। 6 ਮਹੀਨਿਆਂ ਦੇ ਵਿੱਚ ਅਸੀਂ ਕੀ ਕੀਤਾ, ਮੈਂ ਤੁਹਾਨੂੰ ਉਹਦਾ ਜਵਾਬ ਦਿੰਦਾ। ਵੀਰ ਜੀ, ਇਹਨੂੰ ਬੋਲਦੇ ਨੇ ਥਰਡ ਪਾਰਟੀ ਜੌਬ ਵਰਕ, ਜਿਹੜਾ ਅਸੀਂ ਕਰਾ ਰਹੇ ਹਾਂ। ਜਿੰਨਾ ਕਾਰਪੋਰੇਟ ਆ ਉਹ ਬਾਹਰੋਂ ਬਣਾਉਂਦਾ ਸਮਾਨ। ਜੇ ਤੁਸੀਂ ਰਾਮਦੇਵ ਦੀ ਗੱਲ ਕਰੋ, ਇਹ ਵੀਰ ਜੀ ਲੇਬਲ ਇਹ ਨਹੀਂ ਕਿ ਤੁਸੀਂ ਬਾਜ਼ਾਰੋਂ ਸਮਾਨ ਚੱਕੋ ਤੇ ਲੇਬਲ ਆਪ ਲਾ ਲਓ। ਇਹ ਲਾਅ ਵਿੱਚ ਨਹੀਂ ਹੈ। ਬਾਹਰ ਦੀਆਂ ਕੰਪਨੀਆਂ, ਮਲਟੀਨੈਸ਼ਨਲ ਕੰਪਨੀਆਂ ਜਿੰਨੀਆਂ ਇੰਡੀਆ 'ਚ ਕੰਮ ਕਰਦੀਆਂ ਨੇ, ਉਹਦੇ ਵਿੱਚ ਵੀ ਤੁਸੀਂ ਬੱਦੀ ਵਿੱਚ ਵੇਖ ਲਿਓ, ਮੈਨੂਫੈਕਚਰਿੰਗ ਬਾਏ ਕਿਸੇ ਹੋਰ ਦਾ ਹੁੰਦਾ, ਮਾਰਕੀਟਿੰਗ ਬਾਏ ਉਸ ਕੰਪਨੀ ਦਾ ਹੁੰਦਾ। ਬਾਇਰ ਕੰਪਨੀ ਇੱਕ ਬਹੁਤ ਵੱਡੀ ਕੰਪਨੀ ਹੈ, ਦਵਾਈਆਂ ਦੀ ਹੈ, ਵਰਲਡ ਦੀ ਮੰਨੀ ਪ੍ਰਮੰਨੀ ਆ। ਤੁਹਾਡੇ ਡੇਰਾ ਬਸੀ ਕਹਿ ਰਿਹਾ, ਤੁਹਾਡੇ ਕੁਰਾਲੀ ਦੇ ਨਾਲ ਫੈਕਟਰੀ ਆ ਇੱਥੇ ਪੰਜਾਬ ਕੈਮੀਕਲ ਦੀ, ਸਰਸਵਤੀ, ਉੱਥੇ ਬਣ ਰਿਹਾ। ਹੁਣ ਤੁਸੀਂ ਇਹ ਸਮਝੋ ਵੀ ਬਾਇਰ ਕੋਲੇ ਕੀ ਪੈਸੇ ਦੀ ਕਮੀ ਆ? ਬਾਇਰ ਕੋਲੇ ਕੀ ਹੈ? ਬਾਇਰ ਆਪ ਨਹੀਂ, ਮਤਲਬ ਕਹਿਣ ਦਾ ਭਾਵ ਹੈ ਵੀਰ ਜੀ, ਜਿੰਨੀ ਪ੍ਰੋਡਕਸ਼ਨ ਉਹਨਾਂ ਨੂੰ ਚਾਹੀਦੀ ਆ, ਜਿੰਨਾ ਸਮਾਨ ਚਾਹੀਦਾ, ਉਹਨਾਂ ਇੱਕ ਬੰਦਾ ਵੈਂਡਰਾਂ ਤੋਂ ਬਣਾਉਣਾ ਪੈਂਦਾ। ਵੈਂਡਰ ਹੁਣ ਜੇ ਸ਼ਰਬਤ ਦੀ ਗੱਲ ਕਰੀਏ, ਅਚਾਰ ਮੁਰੱਬੇ ਦੀ ਗੱਲ ਕਰੀਏ, ਮੈਂ ਉਸ ਕੰਪਨੀ ਤੋਂ ਪ੍ਰੋਡਕਟ ਤਿਆਰ ਹੋ ਰਹੇ ਨੇ। ਸਾਡਾ ਐਗਰੀਮੈਂਟ ਹੁੰਦਾ ਬਕਾਇਦਾ, ਜਿਹੜੀ ਕੰਪਨੀ ਕਮ ਸੇ ਕਮ 50 ਸਾਲ ਪੁਰਾਣੀ ਹੈ ਤੇ ਜਿਹਦੀ ਕੁਆਲਿਟੀ ਦੇ ਵਿੱਚ ਮਤਲਬ ਤੁਸੀਂ ਚਾਰ ਦੇ ਵਿੱਚ ਤੁਹਾਨੂੰ ਸਰੋਂ ਦਾ ਤੇਲ ਹੀ ਮਿਲੂਗਾ, ਚੈੱਕ ਕਰ ਲਿਓ, ਤੇ ਤੁਹਾਨੂੰ ਮਤਲਬ ਕਿ ਸਿਰਕਾ ਨਹੀਂ ਮਿਲੂਗਾ। ਇਹ ਤਾਂ ਹੋਇਆ ਪਹਿਲਾ ਸਵਾਲ। ਦੂਜਾ ਸਵਾਲ, ਸਾਡੀਆਂ ਫੈਕਟਰੀਆਂ 'ਚ ਤੁਸੀਂ ਵਿਜ਼ਿਟ ਕਰਨੀਆਂ ਨੇ, ਕੋਈ ਪ੍ਰੋਬਲਮ ਨਹੀਂ। ਤੁਹਾਨੂੰ ਮੈਂ ਲੁਧਿਆਣੇ ਦੇ ਵਿੱਚ ਆ ਜਾਓ, ਸਾਡਾ ਆਟੋਮੈਟਿਕ ਪਲਾਂਟ ਲੱਗ ਰਿਹਾ, ਤੁਸੀਂ ਉਹ ਵੀ ਲੋਕਾਂ ਨੂੰ ਵਿਖਾ ਦਿਓ। ਇੱਕ ਬੰਦੇ ਨੇ ਇਹ ਗੱਲ ਕਹਿਤੀ, ਤੁਸੀਂ ਮੇਰੇ ਕੋਲੇ ਆਏ ਹੋ, ਮੈਨੂੰ ਦੱਸੋ ਵੀ ਇਹਨਾਂ ਨੂੰ ਚੈੱਕ ਕਰ ਲਿਓ, ਤੇ ਤੁਸੀਂ ਚੈੱਕ ਕਰਕੇ ਕੈਮਰੇ 'ਤੇ ਹੀ ਬੋਲ ਦਿਓ ਵੀ ਯਾਰ ਇਹ ਕੀ ਜਿਹੜੇ ਪ੍ਰੋਡਕਟ ਨੇ ਵਾਕਿਆ ਮਲਟੀ ਨੈਸ਼ਨਲ ਜਾਂ ਨੈਸ਼ਨਲ ਕੁਆਲਿਟੀ ਦੇ ਬਰਾਬਰ ਦੇ ਨੇ। ਜੇ ਤੁਹਾਨੂੰ ਲੱਗੇ ਵੀ ਕੋਈ ਸਟਿੱਕਰ ਲਾਏ ਨੇ, ਗਲਤ ਲਾਇਆ, ਤਾਂ ਦੱਸ ਦਿਓ। ਵੀਰ ਜੀ, ਇੱਕ ਪ੍ਰੋਡਕਟ ਜਿਹੜਾ ਉਹ ਸਟੈਂਡਰਡ ਫੂਡ ਸੇਫਟੀ ਐਕਟ ਦੇ ਸਟੈਂਡਰਡ ਨਾਲ ਬਣਾਇਆ ਜਾਂਦਾ। ਮੇਰਾ ਘਰ ਦਾ ਰਾਜ ਨਹੀਂ, ਮੇਰਾ ਕੋਈ ਇਹ ਡਿਕਟੇਟਰਸ਼ਿਪ ਨਹੀਂ ਵੀ ਜਗਦੇਵ ਸਿੰਘ ਪੰਜਾਬ ਦਾ ਰਾਜਾ ਤੇ ਜਗਦੇਵ ਸਿੰਘ ਨੇ ਜਿੱਥੇ ਮਰਜ਼ੀ ਫੈਕਟਰੀ ਲਾ ਲਈ, ਜਿੱਥੇ ਮਰਜ਼ੀ ਉੱਥੇ ਭਰ ਲਿਆ। ਮਸਾਲੇ ਅਸੀਂ ਖੁਦ ਤਿਆਰ ਕਰਦੇ ਹਾਂ, ਮਸਾਲੇ ਸਾਡੇ ਆਪ ਦੇ ਤਿਆਰ ਹੁੰਦੇ ਆ। ਮੈਂ ਕਿਸੇ ਤੇ ਭਰੋਸਾ ਨਹੀਂ ਕਰਦਾ। ਹਲਦੀ ਸਾਡੀ ਪਿਓਰ ਆਉਂਦੀ ਆ, ਰੋਡ ਦੀ ਬੈਸਟ ਫਲੀ, ਦਿੱਤਿਆ 501, ਉਹਨੂੰ ਅਸੀਂ ਪੀਸ ਕੇ ਉਹਨੂੰ ਸਿੱਧੀ ਉੱਦਾਂ ਹੀ ਪੈਕ ਕਰਦੇ ਹਾਂ। ਮਸਾਲੇ, ਕਾਲੀ ਮਿਰਚ ਇੱਦਾਂ 12 ਨੰਬਰ ਉਹ ਭਰਦੇ ਆ ਪੀਸ ਕਰਕੇ, ਜਿਹੜੀ ਕੁਆਲਿਟੀ ਪਿਓਰ ਹੈ। ਤਾਂ ਉਹਦੇ ਮੁਤਾਬਕ ਅਸੀਂ 3 ਪ੍ਰੋਜੈਕਟ ਵੀ ਜੀ ਆਪਦੇ ਲਾਤੇ ਆ ਹੁਣ ਤੱਕ 6 ਮਹੀਨਿਆਂ 'ਚ। ਜੇ ਤੁਸੀਂ 500 ਪ੍ਰੋਡਕਟ ਨੂੰ ਵੇਖੋਗੇ ਨਾ, ਜਿੱਥੇ ਜਿਹੜੀ ਹੁਣ ਆਟੋਮੈਟਿਕ ਪਲਾਂਟ ਲੱਗ ਰਿਹਾ, ਤੇ 6 ਮਹੀਨਿਆਂ 'ਚ ਅਸੀਂ ਬਹੁਤ ਕੁਝ ਕਰ ਲਿਆ। ਮੈਂ ਕਹਿੰਦਾ 6 ਮਹੀਨੇ 'ਚ ਘੱਟ ਹੀ ਨਹੀਂ ਚੱਲਦੀ। ਤੇ ਜਿਹੜੀਆਂ ਗੱਲਾਂ ਲੋਕ ਕਰਦੇ ਨੇ, ਉਹ ਲੋਕ ਤਾਂ ਬੈਠੇ ਬਾਜ਼ਾਰ 'ਚ ਹੀ ਕਰੀ ਜਾਂਦੇ ਨੇ, ਸੁਣੀਆਂ ਸੁਣਾਈਆਂ। ਇੱਕ ਬੰਦੇ ਨੇ ਮਤਲਬ ਜਾਨੀ ਇਹ ਕਹਿਤਾ ਵੀ ਜਗਦੇਵ ਸਿੰਘ ਇਹ ਗੱਲ ਕਹਿੰਦਾ ਵੀ ਮੈਨੂੰ ਵੀ ਵਕੀਲ ਆ ਬੋਰ ਦਾ। ਜਦੋਂ ਮੈਂ ਚੈਨਲ 'ਤੇ ਜਾ ਕੇ ਉਹਨੂੰ ਸਵਾਲ ਕੀਤੇ, ਮੈਂ ਕਿਹਾ ਤੂੰ ਜੇ ਤਾਂ ਤੂੰ ਉਹਦੇ 'ਤੇ ਆ ਜਾ, ਮੈਨੂੰ ਡਿਬੇਟ ਕਰ ਲਾ। ਵੀਰ ਜੀ, ਗੱਲ ਮੈਂ ਹੁਣ ਇਹ ਕਹਿ ਦਿੰਦਾ ਵੀ ਜਗਦੀਪ ਸਿੰਘ ਥਲੀ ਦੇ ਉੱਤੇ ਮੈਂ ਆਰੋਪ ਲਾ ਦਿੰਦਾ ਕਿਸੇ ਗੱਲ ਦਾ, ਮੰਨ ਲਓ ਲਾ ਦਿੰਦਾ, ਮੇਰੇ ਕੋਲ ਤਾਂ ਕੋਈ ਪ੍ਰੂਫ ਹੀ ਨਹੀਂ, ਮੈਂ ਬੋਲਤਾ। ਇਹ ਕੋਈ ਗੱਲ ਥੋੜੀ ਆ ਯਾਰ। ਫੇਮਸ ਜਦੋਂ ਤੁਹਾਨੂੰ ਫੇਮ ਮਿਲਦੀ ਹੈ ਜੀ, ਆਰੋਪ ਲੱਗਦੇ ਆ, ਸੋ ਉਹ ਤੇ ਸਾਡੇ ਗੁਰੂਆਂ ਨੂੰ ਨਹੀਂ ਬਖਸ਼ਿਆ ਜੀ। ਪਰ ਜੇ ਤੁਸੀਂ ਸੱਚੇ ਹੋ ਤਾਂ ਤੁਸੀਂ ਮਤਲਬ ਕਿ ਬਲੇਮ ਆਪਣੇ ਜਿਹੜੇ ਦੋਸ਼ ਲਗਾ ਰਹੇ ਨੇ ਉਹਨਾਂ ਤੇ ਤੁਹਾਨੂੰ ਸਪਸ਼ਟੀਕਰਨ ਦੇਣਾ ਚਾਹੀਦਾ। ਵੀਰ ਜੀ, ਦਿੱਤਾ, ਤੁਸੀਂ ਸੁਣ ਲਓ, ਤੁਸੀਂ ਦੇਖਿਓ, ਮੈਂ ਨਾ 5 ਚੈਨਲਾਂ ਦੇ ਸਪਸ਼ਟੀਕਰਨ ਦਿੱਤਾ, ਔਨ 에ਅਰ ਤੇ ਦਿੱਤਾ। ਚਲੋ ਮੈਂ ਨਾਮ ਨਹੀਂ ਲੈਂਦਾ, ਮੈਂ 5 ਚੈਨਲਾਂ ਦਾ ਤੁਹਾਨੂੰ ਕਹਿ ਦਿੰਦਾ, ਚਲੋ ਨਾਮ ਨਹੀਂ ਲੈਂਦਾ ਚੈਨਲ ਦੇ ਉੱਤੇ। ਮੈਂ 5 ਚੈਨਲਾਂ ਦੇ ਉੱਤੇ ਸਪਸ਼ਟੀਕਰਨ ਦਿੱਤਾ, ਠੀਕ ਹੈ ਜੀ, ਔਰ ਪੂਰਾ ਡਿਟੇਲ 'ਚ ਦਿੱਤਾ। ਉਦੋਂ ਹੀ ਦਿੱਤਾ, ਸਾਡੀ ਟੀਮ ਨੇ ਦਿੱਤਾ, ਵਿਦ ਅਕਾਊਂਟ ਦਿੱਤਾ। ਜਿਹੜੇ ਬੰਦੇ ਕਹਿੰਦੇ ਸੀ ਵੀ ਇਹ 10,000 ਰੁਪਇਆ ਜਗਦੇਵ ਸਿੰਘ ਨੂੰ ਮਿਲਣ ਦੀ ਫੀਸ ਆ, ਵਕੀਲ ਕਹਿੰਦਾ ਵੀ ਸਾਡੇ ਪ੍ਰੋਗਰਾਮ ਰੱਖਿਆ ਇੱਥੇ 70 ਬੰਦੇ ਆਏ, 10,000 ਰੁਪਏ, ਕਹਿੰਦਾ 7 ਲੱਖ ਰੁਪਏ ਇਕੱਠਾ ਕਰਕੇ ਤੁਰਦੇ ਬਣੇ। ਮੈਨੂੰ ਇਹ ਦੱਸੋ ਵੀ ਉਹ ਕਿਹੜੀ ਧਰਤੀ 'ਤੇ ਉਹ ਲੋਕ ਰਹਿੰਦੇ ਨੇ ਜਿਹੜੇ 1 ਘੰਟੇ ਵਿੱਚ ਜਗਦੇਵ ਸਿੰਘ ਨੂੰ
ਵੀ 10,000 ਰੁਪਏ ਮਿਲਣ ਦਾ ਦਿੰਦੇ ਆ। ਇਹ ਗੱਲਾਂ ਦਾ ਕੋਈ ਆਧਾਰ ਤਾਂ ਹੋਵੇ ਨਾ। ਜਿਹੜਾ ਉਹ ਜਵਾਬ ਮੈਂ ਨਹੀਂ ਦਿੱਤਾ, ਜਵਾਬ ਲੋਕਾਂ ਨੇ ਦਿੱਤਾ, ਸੰਗਤ ਨੇ ਦਿੱਤਾ, ਜਿਹੜੇ ਲੋਕ ਕਿਸਾਨ ਹੱਟ ਖੋਲ੍ਹ ਕੇ ਬੈਠੇ ਸੀ ਉਹਨਾਂ ਨੇ ਦਿੱਤਾ। ਅੱਜ ਵੀਰ ਜੀ ਇੱਕ ਸਟੋਰ ਓਪਨ ਹੁੰਦਾ ਉਹਦੀ ਲੱਖ 2 ਲੱਖ ਪਰ ਡੇ ਸੇਲ ਹੋ ਰਹੀ ਹੈ, ਮਾਰਕੀਟ ਤਾਂ ਹਿੱਲੀ ਪਈ ਹੈ ਜਿਸ ਤੇ। ਇਹ ਤਾਂ ਔਰ ਮੈਨੂੰ ਇਹ ਗੱਲ ਦਾ ਦੁੱਖ ਆਇਆ ਵੀਰ ਜੀ। ਹੋ ਰਹੀ ਹੈ ਸੇਲ ਜੀ? ਵੀਰ ਜੀ ਤੁਸੀਂ ਜਾ ਕੇ ਹੁਸ਼ਿਆਰਪੁਰ ਚੈੱਕ ਕਰ ਲਓ, 2 ਲੱਖ ਰੁਪਏ ਪਰ ਡੇ। ਮਤਲਬ ਇਹ ਮੰਨ ਕੇ ਚਲੋ ਵੀ ਉੱਥੇ ਮੈਨੇਜਰ ਸਾਹਿਬ ਉਹਨਾਂ ਨੇ ਖੋਲ੍ਹਿਆ ਸੀ ਵੀ ਉਹ ਮਤਲਬ ਰਾਤ ਦੇ 12 ਵਜੇ ਤੱਕ ਫੋਨ ਆਉਂਦੇ ਸੀ ਵੀ ਮਾਲ ਇੰਨਾ ਵਿਕ ਗਿਆ, ਇੰਨਾ ਵਿਕ ਗਿਆ। ਵੀ ਸਾਨੂੰ ਤਾਂ ਆਪ ਇੰਨਾ ਨਹੀਂ ਸੀ, ਸਾਨੂੰ ਤਾਂ ਆਪ ਖੁਦ ਇੰਨਾ ਨਹੀਂ ਸੀ। ਵੀ ਅਸੀਂ ਸੋਚਿਆ ਸੀ ਵੀ ਚੱਲ ਇੱਕ ਸਟੋਰ ਦੀ ਯਾਰ 50,000 ਰੁਪਏ ਜੇ ਸੇਲ ਹੋਏਗੀ ਤਾਂ ਬਹੁਤ, ਜੇ ਲੱਖ ਹੋ ਗਈ ਤਾਂ ਬੱਲੇ ਬੱਲੇ ਆ। ਜਦੋਂ ਉਹਦੇ ਸੇਲ ਹੋਈ ਉਹ ਕਹਿੰਦੇ ਅੱਜ 2 ਲੱਖ ਦੀ ਹੋਈ ਆ, ਅੱਜ ਲੱਖ ਤੋਂ ਜਿਹੜੀ ਐਂ ਹੀ ਵੱਧਦੀ ਗਈ। ਸਾਡੇ ਲੁਧਿਆਣੇ ਵਾਲੇ ਸਟੋਰ ਦੀ ਆਲਮਗੀਰ 2.25 ਲੱਖ ਤੱਕ ਪਹੁੰਚ ਗਈ ਸੇਲ ਮੰਨ ਕੇ ਚਲੋ। ਆ ਪਿੱਛੇ ਹੁਣ ਮੀਂਹ ਪੈਂਦੇ ਨਹੀਂ ਹੁੰਦਾ, ਉਹਦੇ ਵਿੱਚ ਮੁਤਾਬਕ ਜਾਨੀ ਕਿ ਲੱਖ ਤਾਂ ਮੈਨੇ ਸਾਡੀ ਹੈਗੀ ਆ 30 ਲੱਖ ਰੁਪਏ ਮਹੀਨਾ। ਸਟਾਰਟਿੰਗ ਜਦੋਂ ਕੋਈ ਕਰਦਾ ਬੰਦਾ ਕੁਆਲਿਟੀ ਬਹੁਤ ਵਧੀਆ ਦਿੰਦਾ ਜੀ, ਤੇ ਤੁਸੀਂ ਗਾਰੰਟੀ ਕਰਦੇ ਹੋ ਵੀ ਇਹ ਜਿਹੜੀ ਕਿਸਾਨ ਹੱਟ 13 ਇਹਦੀ ਕੁਆਲਿਟੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਮਾਲਕ ਕਰੇ ਲੰਮਾ ਚੱਲੇ। ਜੇ ਤੁਹਾਡਾ ਮਿਸ਼ਨ ਲੋਕਾਂ ਦੇ ਹਿੱਤ ਲਈ ਹੈ ਔਰ ਪੰਜਾਬ ਦੇ ਹਿੱਤ ਲਈ ਹੈ, ਪਰ ਜੇ ਮਤਲਬ ਕਿ ਤੁਸੀਂ ਗਾਰੰਟੀ ਕਰਦੇ ਹੋ ਜੀ? ਵੀਰ ਜੀ ਦੇਖੋ, ਮੈਂ ਤੁਹਾਨੂੰ ਇਸ ਗੱਲ ਦੀ ਗਾਰੰਟੀ ਬਿਲਕੁਲ ਕਰਦਾ, ਕਿਉਂਕਿ ਜੇਕਰ ਮੇਰੀ ਅੱਜ ਮੰਨ ਲਓ ਸਪੋਜ਼ ਕਰੋ ਮੇਰੀ ਨਹੀਂ ਕਿਸਾਨ ਹੱਟ ਦੀ ਟਰਨਓਵਰ ਮੰਨ ਲਓ 5 ਕਰੋੜ ਦੀ ਆ, ਤੇ 5 ਕਰੋੜ ਦਾ ਜੇ 5% ਵੀ ਲਾਈਏ ਤਾਂ ਕਿੰਨਾ ਬਣਦਾ? ਸਿੱਧਾ ਇਹ ਫਾਰਮੂਲਾ। ਤੇ ਜਿੱਦਣ ਮੇਰੀ 500 ਕਰੋੜ ਹੋ ਗਈ ਤਾਂ ਉਹਦਾ ਕਿੰਨਾ ਬਣੂਗਾ? ਇੱਕੋ ਹੀ ਗੱਲ ਹੈ। ਜੇਕਰ ਮੇਰੀ ਗੱਲ ਸੁਣੋ, ਜੇ ਗਰੀਬਾਂ ਲਈ ਵੀ ਕੁਝ ਰੱਖਿਆ ਹੋਇਆ ਜੀ ਉਹਦੇ ਵਿੱਚੋਂ ਤੁਸੀਂ ਵੀ ਸਮਾਜ ਸੇਵੀ ਕਾਰਜ ਕਰਨੇ ਲਈ? ਵੀਰ ਜੀ ਗਰੀਬਾਂ ਦੇ ਵਾਸਤੇ ਜੋ ਕੁਝ ਰੱਖਿਆ ਹੋਇਆ ਉਹ ਗਰੀਬ ਦੱਸਣਗੇ। ਮੈਂ ਅੱਜ ਗੱਲ ਕਹਾਂ ਕਿਉਂਕਿ ਦੇਖੋ ਸਾਡੇ ਨਾ ਮੁਲਕ ਦੀ ਇੱਕ ਬਹੁਤ ਵੱਡੀ ਪ੍ਰੋਬਲਮ ਹੈ। ਨਹੀਂ ਕੱਲ੍ਹ ਨੂੰ ਕਿਤੇ ਨਾ ਕਹਿੰਦੇ ਵੀ ਕਿਸਾਨਾਂ ਦੇ ਨਾਂ ਤੇ ਸ਼ੁਰੂ ਕਰਿਆ ਸੀ ਜੀ, ਅੱਜ ਕਿਸਾਨਾਂ ਨੂੰ ਜੇ ਆਫਤ ਆਈ ਤਾਂ ਜਗਦੇਵ ਜੀ ਜੇਬ ਵਿੱਚੋਂ ਕੱਢਦੇ ਨਹੀਂ ਕੋਈ। ਮੇਰੀ ਸੁਣੋ ਗੱਲ, ਉਹਦੇ 'ਚ ਮੈਂ ਦੱਸਦਾ। ਪਹਿਲਾਂ ਤਾਂ ਜਿਹੜਾ ਪ੍ਰੋਗਰਾਮ ਅਸੀਂ ਰੱਖਿਆ ਹੋਇਆ ਉਹ ਇਹ ਰੱਖਿਆ ਹੋਇਆ ਵੀ ਇੱਕ ਭੈਣ ਸੀ, ਉਹ ਕਹਿੰਦੀ ਵੀ ਮੈਨੂੰ ਉਹਨੇ ਫੋਨ ਕੀਤਾ, ਮੈਂ ਨਾਂ ਨਹੀਂ ਲੈਂਦਾ, ਪਿੰਡ ਵੀ ਨਹੀਂ ਦੱਸਦਾ। ਉਹ ਮੈਨੂੰ ਕਹਿੰਦੀ ਵੀ ਵੀਰ ਜੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ। WhatsApp 'ਤੇ ਮੇਰੇ ਨਾਲ ਗੱਲ ਹੁੰਦੀ ਆ, ਫੋਨ ਮੇਰੇ ਆਫਿਸ ਚੱਲਦਾ, ਮੈਂ ਗੱਲ ਉਹ ਨਹੀਂ ਕਰ ਨਹੀਂ ਪਾਉਂਦਾ ਕਿਉਂਕਿ ਉਹਦੇ ਕਰਕੇ ਮੇਰੇ ਕੋਲ ਬਹੁਤ ਕੰਮ ਮੇਰੇ ਰਹਿ ਜਾਂਦੇ ਨੇ। ਜਦੋਂ ਉੱਥੇ ਗੱਲ ਹੋਈ ਤੇ ਉਹ ਕਹਿੰਦੀ ਵੀ ਮੈਂ ਕਿਹਾ ਵੀ ਇਹਨੂੰ ਭੈਣ ਨੂੰ ਪ੍ਰੋਬਲਮ ਹੋ ਗਈ, ਵੀਰ ਜੀ ਜ਼ਰੂਰੀ ਗੱਲ ਕਰਨੀ ਆ। ਉਹਨੇ ਜਿਹੜੀ ਮੈਨੂੰ ਗੱਲ ਕੀ ਉਹਨੇ ਇਹ ਕਿਹਾ ਵੀ ਮੈਂ ਸੁਸਾਈਡ ਕਰ ਲੈਣਾ ਜੀ, ਮੈਂ ਘਰ ਤੋਂ ਤੰਗ ਬਹੁਤ ਹਾਂ। ਜਦੋਂ ਗੱਲਬਾਤ ਕੀਤੀ ਮੈਂ ਭੈਣ ਜੀ ਕੀ ਹੋਇਆ ਵੀ ਤੁਸੀਂ ਕੋਈ ਬਾਣੀ ਪੜ੍ਹਿਆ ਕਰੋ, ਇਹ ਗੱਲਬਾਤ ਕੀਤੀ। ਉਹਨੇ ਗੱਲਬਾਤ ਜੋ ਦੱਸੀ, ਮੈਂ ਲੰਬਾ ਨਾ ਕਰਾਂ, ਮੈਂ ਉਹਨੂੰ ਦਫ਼ਤਰ ਸਾਹਿਬ ਉਹਦੇ ਪਿੰਡ ਸਰਪੰਚ ਆਇਆ, ਮੈਂ ਉਹਦੇ ਪਿੰਡ ਗਿਆ ਆਪ ਖੁਦ। ਸਰਪੰਚ ਕਹਿੰਦਾ ਵੀ ਅਸੀਂ ਦੁਕਾਨ ਦੇ ਵਿੱਚ ਇੱਦਾਂ ਹੈਲਪ ਕਰਦੇ ਹਾਂ ਵੀ ਤੁਸੀਂ ਉਹਨੂੰ ਹੈਲਪ ਕਰ ਦਿਓ। ਦੇਖੋ ਮੈਂ ਉਹਦੇ 2 ਕਾਰਨ ਨੇ। ਅੱਜ ਤੱਕ ਤੁਸੀਂ ਜਿਹੜੀ ਗੱਲ ਗਰੀਬਾਂ ਲਈ ਪੁੱਛਿਆ ਤੇ ਮੈਂ ਉਹ ਬੋਲਤਾ ਵੀ ਜੇ ਉਹਦੇ ਲਈ ਅਸੀਂ ਜੋ ਹੈਲਪ ਉਹਦੀ ਕੀਤੀ ਉਹ ਵਾਹਿਗੁਰੂ ਜਾਣਦਾ, ਉਹਦੇ ਪਿੰਡ ਜਾ ਕੇ ਵੀਡੀਓ ਬਣਾ ਲਿਓ, ਕੋਈ ਚੱਕਰ ਨਹੀਂ, ਮੈਂ ਤੁਹਾਨੂੰ ਦੱਸ ਦੂੰਗਾ। ਪਰ ਮੈਂ ਉਹਦੇ ਦੋ ਨੈਗੇਟਿਵ ਕਾਰਨ ਹੈ। ਪਹਿਲਾ ਕਾਰਨ ਤਾਂ ਲੋਕ ਕਹਿਣਗੇ ਆ ਦੇਖੋ ਜੀ ਅੱਜ ਤੱਕ ਤਾਂ ਇਹ ਆਪ ਫਿਰਦਾ ਸੀ, ਮੰਨ ਲਓ ਬਿਜ਼ਨਸ ਦੇ ਵਿੱਚ ਇਹਨੂੰ ਇਹਦੇ ਕਿਤੇ ਕੰਮ, ਇਹ ਅੱਜ ਹੋ ਗਿਆ ਹੁਣ ਇਹ ਦਾਨੀ ਬਣਿਆ। ਪਹਿਲਾਂ ਤਾਂ ਸਾਡੇ ਲੋਕਾਂ ਨੇ ਕਹਿਣਾ ਦੇਖੋ ਜੀ ਕਿ ਕਿਸੇ ਗਰੀਬ ਨੂੰ ਪਤਾ ਨਹੀਂ ਇਹਨੇ ਕੁਝ ਕਰਕੇ ਦਿੱਤਾ ਜਾਂ ਨਹੀਂ ਦਿੱਤਾ, ਤੇ ਇਹ ਵੇਖੋ ਮੀਡੀਆ 'ਚ ਬੈਠਾ। ਸਾਡੇ ਪੰਜਾਬੀ ਜੇ ਮਾੜੀ ਜੀ ਗੱਲ ਹੈ, ਜੇ ਕਿਸੇ ਨੂੰ ਰੋਟੀ ਵੀ ਖਵਾਉਣੀ ਆ ਉਹ ਵੀ 4 ਬੰਦੇ ਫੜ ਕੇ ਬਣਾਉਂਦੇ ਆ, ਕੇਲਾ ਵੀ ਫੜਾਉਂਦੇ ਹੁੰਦੇ ਆ, ਤੁਸੀਂ ਪਾਉਣੇ ਹੁੰਦੇ ਆ ਵੀਡੀਓ ਤੋਂ, ਕੇਲਾ ਵੀ ਇੱਕ ਬੰਦੇ ਨੇ 4 ਨੇ ਫੜਿਆ, ਉਹ ਕਹਿੰਦੇ ਵੀ ਐਡੇ ਵੱਡੇ ਦਾਨੀ। ਤੇ ਮੈਂ ਕਿਹਾ ਵੀ ਜੇ ਇਹ ਗੱਲ ਕਰਤੀ ਤਾਂ ਲੋਕ ਸਾਡੇ ਮੇਰੇ ਮਗਰ ਪੈ ਜਾਣਗੇ। ਦੂਜਾ ਗੱਲ ਮੈਂ ਕਹਿੰਦਾ ਵੀ ਕੱਲ੍ਹ ਨੂੰ 100 ਭੈਣਾਂ ਇੱਦਾਂ ਦੀਆਂ ਉੱਠ ਕੇ ਆ ਗਈਆਂ ਵੀ ਸਾਨੂੰ ਵੀ ਜੇ ਵੀਰ ਜੀ ਉੱਧਰ ਕੀਤਾ ਸਾਡੀ ਵੀ ਹੈਲਪ ਕਰੋ, ਤੇ ਮੈਂ ਅਜੇ ਉਹਨਾਂ ਸਟੈਂਡ ਨਹੀਂ ਹੋਇਆ ਕਿ ਵੀ ਮੈਂ ਵੀ ਉਹਨੂੰ 100 ਨੂੰ ਸੰਭਾਲਣਾ, 100 ਤੋਂ 1000 ਹੋ ਜਾਣਗੀਆਂ। ਪਰ ਮੇਰੀ ਇੱਕੋ ਹੀ ਸੋਚ ਆ ਕਿ ਜਿਹੜੇ ਲੋਕ ਨੇ ਅੱਜ ਜਿਹੜੇ ਬੱਚੇ ਨੇ ਕੁਝ ਕਰਨ ਜੋਗੇ ਨੇ, ਉਹਨਾਂ ਨੂੰ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਨੇ ਕੁਝ ਕਰ ਸਕਦੇ ਨੇ ਉਹਨਾਂ ਵਾਸਤੇ, ਗਰੀਬ ਲੋਕਾਂ ਵਾਸਤੇ, ਕਿਸਾਨਾਂ ਲਈ ਸਭ ਕੁਝ ਕਰਨਾ। ਇਹ ਨਹੀਂ ਕਿ ਮੈਂ ਹਜ਼ਾਰਾਂ ਕਰੋੜ ਰੁਪਏ ਦਾ ਟਰਨਓਵਰ ਕਰਕੇ ਕਰੋੜਾਂ ਕਮਾ ਕੇ ਤੇ ਮੈਂ ਤਾਂ ਫਿਰ ਮੈਂ ਕਹਿਣਾ ਜੀ ਉਹ ਜਗਦੇਵ ਸਿੰਘ ਗੁਜਾਰ ਉਹ ਤਾਂ ਕਰ ਗਿਆ। ਇਹ ਨਹੀਂ ਵੀਰ ਜੀ, ਸੋਚ ਦੇਖੋ ਕੀ ਹੁੰਦੀ ਆ। ਜੇ ਅਸੀਂ ਸੋਚ ਨਾ ਚੱਲੇ ਆ, 2 ਗੱਲਾਂ ਤੁਸੀਂ ਮੇਰੇ ਤੋਂ ਪੁੱਛੀਆਂ ਨੇ। ਇੱਕ ਤਾਂ ਪੁੱਛਿਆ ਰੇਟਾਂ ਕੁਆਲਿਟੀ ਬਾਰੇ। ਦੇਖੋ ਜਿਹੜਾ ਮੇਰਾ ਬੱਚਾ ਖਾਂਦਾ ਕੁਆਲਿਟੀ ਉਹ ਤੁਹਾਡੇ ਬੱਚਿਆਂ ਵਾਸਤੇ ਤਿਆਰ ਕੀਤੀ ਹੈ। ਸਾਰੀ ਕੁਆਲਿਟੀ ਕੰਟਰੋਲ ਮੇਰੇ ਕੋਲ ਹੈ। ਮੈਂ ਕਦੇ ਜ਼ਿੰਦਗੀ ਵਿੱਚ ਇਹ ਨਹੀਂ ਕਿਹਾ 15 ਸਾਲ ਵਿੱਚ ਕਿ ਭਾਈ ਤੁਸੀਂ ਨਾ ਵੀ ਮੈਨੂੰ ਸਸਤਾ ਬਣਾ ਦਿਓ। ਜਿਹੜਾ ਮੈਨੂੰ ਸਸਤਾ ਕਹਿੰਦਾ ਮੈਂ ਕਹਿੰਦਾ ਬਾਈ ਜੀ ਆਪਾਂ ਕੰਮ ਹੀ ਨਹੀਂ ਕਰਦੇ। ਦੂਜਾ ਨੰਬਰ ਕੁਆਲਿਟੀ ਲੈਣੀ ਆ ਟੌਪ ਦੀ, ਮਨੀ ਬੈਗ ਦੀ ਗਰੰਟੀ ਦਿੱਤੀ ਆ ਸਟੋਰਾਂ ਦੇ ਔਰ ਪਿੱਛੇ ਵੀ ਹੈਗੀ ਆ। ਤੀਜੀ ਗੱਲ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਇਹ ਗੱਲ ਨਹੀਂ ਹੋਊਗੀ ਵੀ ਹੁਣ ਤਾਂ ਸਿੱਕਾ ਚੱਲ ਗਿਆ। ਵੀ ਜੀ ਸਿੱਕੇ ਜਿਹੜੇ ਚੱਲਦੇ ਆ ਨਾ, ਇਹ ਚੱਲਦੇ ਨੇ ਸੰਗਤ ਦੇ ਸਿਰ 'ਤੇ, ਲੋਕਾਂ ਦੇ ਸਿਰ 'ਤੇ। ਜੇ ਅੰਬਾਨੀ ਅਡਾਨੀ ਨੂੰ ਲੋਕਾਂ ਨੇ ਉੱਥੇ ਗਲ 'ਚ ਹੱਥ ਪਾ ਲਿਆ ਨਾ, ਤੇ ਜਗਦੇਵ ਸਿੰਘ ਦਾ ਕਿਹੜੇ ਬਾਗ ਦੀ ਮੂਲੀਆਂ, ਮੇਰੇ ਤਾਂ ਪਹਿਲਾਂ ਹੀ ਉਹ ਕਹਿਣਗੇ ਲਾ ਦੇਖਿਆ ਕਿਹਾ ਸੀ ਨਾ। ਇਸ ਕਰਕੇ ਜਿਹੜੀ ਮੇਰੀ ਸੋਚ ਹੈ ਉਹਦੇ 'ਚ ਸਾਡੀਆਂ 13 ਡਿਵੀਜ਼ਨਾਂ ਨੇ ਔਰ ਬਹੁਤ ਵੱਡੀ ਇੰਡਸਟਰੀ ਅਸੀਂ ਪੰਜਾਬ ਦੇ ਲਈ ਲਾ ਰਹੇ ਹਾਂ। ਯਾਰ ਜਿੰਨੇ ਕੁ ਜੋਗੇ ਉਹਨਾਂ ਕੁ ਤਾਂ ਕਰੀਏ। ਮੈਂ ਤਾਂ ਇੱਕ ਗੱਲ ਜਾਣਦਾ ਵੀਰ ਜੀ, ਜੇਕਰ ਤੁਸੀਂ ਸਮਾਧਾਨ ਦਾ ਹਿੱਸਾ ਨਹੀਂ ਤਾਂ ਤੁਸੀਂ ਸਮੱਸਿਆ ਹੋ। ਮੈਂ ਤਾਂ ਆਪਣੇ ਆਪ ਤੋਂ ਸੋਚਦਾ। ਦੂਜਾ ਗੱਲ ਮੈਂ ਤੁਹਾਡੇ ਤੋਂ ਸਵਾਲ ਚੱਕਾਂ, ਮੈਂ ਸੋਚਦਾ ਯਾਰ ਮੈਂ ਕੀ ਕੀਤਾ। ਮੈਂ ਆਪਦੇ ਮੁਲਕ ਲਈ, ਆਪਦੇ ਦੇਸ਼ ਲਈ, ਆਪਦੇ ਪੰਜਾਬ ਲਈ, ਆਪਣੀ ਕੌਮ ਲਈ, ਲੋਕਾਂ ਲਈ ਮੈਂ ਕੀ ਕੀਤਾ। ਹੋ ਸਕਦਾ ਮੇਰੇ ਤੋਂ ਗਲਤੀਆਂ ਹੋਈਆਂ ਹੋਣ, ਪਰ ਜਿਹੜੀਆਂ ਹੁਣ ਮੈਂ ਇੱਕ ਲੈਵਲ ਤੇ ਪਹੁੰਚ ਗਿਆ, ਹੁਣ ਮੈਂ ਕਰ ਸਕਦਾ। ਔਰ ਇਹੀ ਸੋਚ ਨਾਲ ਮੈਂ ਇਹ ਕਿਸਾਨ ਹੱਟ ਸ਼ੁਰੂ ਕੀਤੀ ਆ। ਔਰ ਇਹ ਗੱਲ ਗੁਰੂ ਸਾਹਿਬ ਦਾ ਮੈਂ ਅੱਜ ਵੀ ਕਹਿ ਰਿਹਾ, ਉਹਨੂੰ ਹਾਜ਼ਰ ਨਾਜ਼ਰ ਸਮਝ ਕੇ। ਕਈ ਪੱਤਰਕਾਰ, ਉਹ ਮੈਨੂੰ ਵੀਰ ਪੱਤਰਕਾਰ ਕਹਿੰਦਾ ਤੁਸੀਂ ਇਹ ਗੁਰੂ ਨੂੰ ਨਾ ਲਿਆ ਕਰੋ। ਮੈਂ ਕਿਹਾ ਯਾਰ ਕਿਹਨੂੰ ਲੈ ਕੇ ਆਵਾਂ, ਮੈਂ ਸਹੁੰ ਤਾਂ ਖਾਂਦਾ ਨਹੀਂ।
ਮੈਂ ਤੁਹਾਨੂੰ ਕਹਿੰਦਾ ਵੀ ਮੈਂ ਤਾਂ ਇੱਕ ਗੱਲ ਅੱਜ ਵੀ ਕਹਿਣਾ ਵੀ ਜੇ ਮੇਰੀ ਸੋਚ 'ਚ ਕੱਲ ਨੂੰ 1% ਵੀ ਫਰਕ ਆਵੇ ਤਾਂ ਮੈਂ ਕਹਿੰਦਾ ਵੀ ਮੇਰਾ ਹਾਲ ਇਹਨਾਂ ਤੋਂ ਵੀ ਮਾੜਾ ਹੋਵੇ ਜਿੰਨਾ ਬਾਨੀਆਂ ਡਾਨੀ ਦਾ ਹੋਇਆ। ਮੈਂ ਤਾਂ ਤੁਹਾਨੂੰ ਇਹ ਚੈਨਲ ਤੇ ਅੱਜ ਗੱਲ ਰਿਕਾਰਡ ਕਰਾਤੀ ਵੀ ਮੇਰੀ ਸੋਚ ਦਾ ਤੁਸੀਂ ਅੱਜ ਜਿਹੜੀ ਕੱਲ ਨੂੰ ਤੁਸੀਂ ਆ ਕੇ ਵਿਜ਼ਿਟ ਕਰੋ। ਚਾਹੁੰਦਾ ਆ ਮੈਂ ਵੀ ਤੁਸੀਂ ਪਿੰਡ ਸ਼ਹਿਰ 'ਚ ਲੋਕਾਂ ਨੂੰ ਖੜੇ ਕਰੋ। ਚਾਹੁੰਦਾ ਮੈਂ ਇਸ ਗੱਲ ਨੂੰ ਵੀ, ਪਰ ਇਹ ਗੱਲ ਦੇ ਵਿੱਚ ਤਾਂ ਹੀ ਹੋ ਪਾਉਣਾ ਹੈ ਜੇਕਰ ਅਸੀਂ ਮਤਲਬ ਇੱਕ ਬੰਦੇ ਦੀ ਸੋਚ ਦਾ ਸਾਥ ਦਈਏ। ਜੇ ਅਸੀਂ ਸੋਚ ਦਾ ਸਾਥ ਦੇਵਾਂਗੇ ਨਾ ਤਾਂ ਗੱਲ ਬਣਨੀ ਆ। ਮੈਂ ਤਾਂ ਚਾਹਣਾ ਮੈਨੂੰ ਬਲਦੇ ਭਾਂਬੜ ਵਧੀਆ ਲੱਗਦੇ ਆ, ਧੁਖਦੀ ਧੁਣੀ ਦਾ ਨਫ਼ਰਤ ਆ ਮੈਨੂੰ। ਤੁਹਾਡੇ ਵਰਗੇ ਪੱਤਰਕਾਰ ਮੈਂ ਨਾ ਸਵਾਲ ਕਰਨ ਬੰਦੇ ਨੂੰ ਕੱਢ ਕੇ ਲਿਆਉਣ ਵੀ ਇੱਥੇ ਖੜਾ ਗਾ। ਹੁਣ ਤੁਸੀਂ ਆਏ ਹੋ, ਤੁਸੀਂ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਹੁਣ ਤੋਂ ਪਹਿਲਾਂ, ਨਾ ਮੈਨੂੰ ਪੁੱਛਿਆ, ਤੁਸੀਂ ਆਪਦੇ ਸਵਾਲ ਦਾਗੇ ਆ ਤੇ ਮੈਂ ਕੈਮਰਾ ਆਫ ਨਹੀਂ ਕਰਾਉਂਦਾ। ਮੈਂ ਕਹਿੰਦਾ ਯਾਰ ਕਰੋ, ਅਗਲੀਆਂ ਇੰਟਰਵਿਊ ਕਰੋ, ਲੋਕਾਂ ਤੱਕ ਜਾਵੇ ਸੱਚ। ਸਾਡੇ ਬਾਹਰਲੇ ਬੈਠੇ ਨੇ ਅੱਖਾਂ ਬੰਦ ਕਰਕੇ ਰੁਪਈਏ ਪਾ ਰਹੇ ਨੇ ਮੈਨੂੰ। ਮੈਂ ਕਰੋੜਾਂ ਰੁਪਈਏ ਦਾ ਵੀਰ ਜੀ ਦਾਨ ਹੀ ਲੈ ਲੈਂਦਾ। ਮੈਂ ਹੱਥ ਜੋੜ ਕੇ ਮੋੜਿਆ, ਹੱਥ ਜੋੜ ਕੇ ਕਿ ਦਾਨ ਸਾਡੇ ਲਈ ਬਰਬਾਦੀ ਬਣ ਰਿਹਾ। ਜਿਹੜੇ ਕਹਿੰਦੇ ਠੱਗ ਨੇ, ਜੇ ਠੱਗ ਨੂੰ ਕਰੋੜ ਰੁਪਈਆ ਬਾਹਰੋਂ ਬਣਦਾ ਸੀ ਤਾਂ ਉਹਨੂੰ ਕੀ ਲੋੜ ਸੀ? ਹੁਣ ਤਾਂ ਬਣ ਹੀ ਜਾਂਦਾ। ਪਰ ਮੈਂ ਇੱਕ ਗੱਲ ਕਰਦਾ, ਤੁਸੀਂ ਜਦੋਂ ਕਿਸੇ ਦੀ ਬੁੱਧੀ ਭ੍ਰਿਸ਼ਟ ਕਰਨੀ ਹੈ ਜਾਂ ਕਿਸੇ ਨੂੰ ਖਤਮ ਕਰਨਾ, ਉਹਨੂੰ ਦਾਨ ਦੇਣਾ ਸ਼ੁਰੂ ਕਰ ਦਿਓ। ਉਹਨੂੰ ਦਾਨ ਨਾ ਖਾ ਪੀ ਲੈਣਾ, ਉਹਦੀ ਸੁਰਤ ਹੀ ਉੱਧਰ ਰਹਿਣੀ ਆ। ਪਰ ਸਾਡੀ ਸੁਰਤ ਆ ਸਾਡੇ ਸਿਸਟਮ ਉੱਤੇ। ਅਸੀਂ ਬਿਜ਼ਨਸਮੈਨ ਆ ਤੇ ਬਿਜ਼ਨਸਮੈਨ ਬਣ ਕੇ ਰਹਿਣਾ। ਲਾਸਟ ਸਵਾਲ ਹੈ, ਇਹ ਫਰੈਂਚਾਈਜ਼ੀ ਲੈਣ ਦੇ ਲਈ ਕੀ ਪ੍ਰੋਸੀਜਰ ਹੈ ਤੁਹਾਡਾ ਰਹਿੰਦਾ? ਕੋਈ ਸਪੈਸ਼ਲ ਖਾਸ ਸ਼ਰਤਾਂ ਵੀ ਹੈ ਜੀ? ਵੀਰ ਜੀ ਸਪੈਸ਼ਲ ਸ਼ਰਤਾਂ ਤਾਂ ਇਹ ਹੈ, ਪਹਿਲੀ ਸ਼ਰਤ ਆ ਵੀ ਕਿਸਾਨ ਹੱਟ ਤੇ ਬਾਜ਼ਾਰ ਦਾ ਸਮਾਨ ਨਹੀਂ ਵਿਕ ਸਕਦਾ ਪਹਿਲਾ। ਦੂਜਾ, ਕਿਸਾਨ ਹੱਟ ਐਕਸਕਲੂਸਿਵ ਵੀ ਬਣਦੀ ਆ ਜਿਹਦੇ ਵਿੱਚ ਮੰਨ ਕੇ ਚਲੋ ਵੀ ਕਿਸਾਨ ਹੱਟ ਦਾ ਹੀ ਪ੍ਰੋਡਕਟ ਹੁੰਦਾ, ਕਿਉਂਕਿ ਕੱਲ ਨੂੰ ਅਸੀਂ ਜ਼ਿੰਮੇਵਾਰ ਆ। ਕੱਲ ਨੂੰ ਬੰਦਾ ਬਾਜ਼ਾਰੋਂ ਗੰਦਾ ਸਮਾਨ ਰੱਖ ਕੇ ਉਹਦਾ ਸੈਂਪਲ ਭਰਾ ਕੇ ਰੌਲਾ ਪਵਾ ਦੇ ਤਾਂ ਅਗਲਾ ਕੋਈ ਕਿਸਾਨ ਹੱਟਾ, ਤੁਹਾਨੂੰ ਪਤਾ ਹੀ ਆ। ਕਹਿੰਦੇ ਹੁੰਦੇ ਆ ਵੀ ਬੰਦਾ ਬਾਅਦ ਵਿੱਚ ਕਹਿੰਦੇ, ਮੈਂ ਇੱਕ ਥੋੜੀ ਗੱਲ ਦੱਸ ਦਿਆਂ ਵਿੱਚ, ਕਹਿੰਦੇ ਇੱਕ ਵਾਰੀ ਇੱਕ ਜੰਗਲ ਵਿੱਚ ਨਾ ਮੱਝ ਮਤਲਬ ਭੱਜੀ ਆਵੇ ਮੱਝ, ਤੇ ਉਹ ਕਹਿੰਦੇ ਵੀ ਕੀ ਹੋ ਗਿਆ ਤੈਨੂੰ? ਦੂਜੇ ਜਾਨਵਰ ਉਹ ਕਹਿੰਦੇ ਵੀ ਹਾਥੀ ਫੜਨ ਵਾਲੇ ਆਏ ਆ ਤੇ ਉਹ ਕਹਿੰਦੇ ਵੀ ਤੈਨੂੰ ਕੀ ਡਰ ਹੈ? ਉਹ ਕਹਿੰਦੀ ਵੀ ਡਰ ਤਾਂ ਮੈਨੂੰ ਇਸ ਗੱਲ ਦਾ ਵੀ ਜੇ ਮੈਨੂੰ ਫੜ ਕੇ ਲੈ ਗਏ, ਮੈਨੂੰ 5-7 ਸਾਲ ਤਾਂ ਅਦਾਲਤ ਵਿੱਚ ਇਸ ਗੱਲ ਹੀ ਲੱਗ ਜਾਣੇ ਆ ਵੀ ਮੈਂ ਹਾਥੀ ਨਹੀਂ ਮੱਝ ਆ। ਜੇ ਹੁਣ ਇੱਕ ਬੰਦੇ ਨੂੰ ਤੁਸੀਂ ਬਰਬਾਦ ਕਰ ਹੀ ਦਿੱਤਾ ਤੇ ਬਾਅਦ ਵਿੱਚ ਉਹ ਸਪਸ਼ਟੀਕਰਨ ਦੇਊਗਾ ਕੀ? ਜੇ ਅੱਜ ਸਾਡੇ ਮੇਰਾ ਇੱਥੇ ਪੂਰਾ ਉਹ ਹੈ GST ਅਸੀਂ ਭਰਦੇ ਆ, ਬਿੱਲ ਤੇ ਮਾਲ ਆਉਂਦਾ, EVA ਬਿੱਲ ਕੱਟ ਕੇ ਆਉਂਦਾ, ਪੱਕਾ ਬਿੱਲ ਗਾਹਕ ਨੂੰ ਦਿੰਦੇ ਆ ਵੀ ਕੱਲ ਨੂੰ ਕੋਈ ਬੰਦਾ ਨਾ ਕਹੇ ਵੀ ਐਵੇਂ ਜਾਲੀ ਕੰਮ ਕੀਤਾ, ਪੱਕਾ ਬਿੱਲ ਬਾਰਕੋਡ ਤੇ ਕੱਟ ਹੁੰਦਾ। ਤੇ ਸ਼ਰਤ ਇੰਨੀ ਆ ਵੀ ਜਿਹਨੂੰ ਅਸੀਂ ਇਹ ਦਿੰਦੇ ਆ ਵੀ ਭਾਜੀ ਵੀ ਇੱਕ ਤਾਂ ਕਰਜ਼ਾ ਚੱਕ ਕੇ ਨਾ ਕਰੋ, ਇੱਕ ਉਧਾਰ ਪੈਸੇ ਫੜ ਕੇ ਨਾ ਕਰੋ, ਜੇ ਤੁਸੀਂ ਕਰ ਸਕਦੇ ਆ ਤਾਂ ਕਰੋ। ਕਈ ਬੰਦੇ ਹੁੰਦੇ ਨੇ ਉਹ ਜਜ਼ਬਾਤੀ ਹੋ ਕੇ ਵੀ ਕਰ ਲੈਂਦੇ ਆ, ਉਹ ਕੰਮ ਨਾ ਕਰੋ ਫੇਸਬੁੱਕ ਵਾਲਾ ਵੀ ਇੱਕ ਸ਼ਹਿਰ ਤੋਂ ਹੀ 5 ਬੰਦੇ ਕਹਿ ਦੇਣ ਵੀ ਸਾਨੂੰ 5 ਫਿਰ 5 ਖੋਲ ਦੇਣ ਜੀ। ਅਸੀਂ ਦੇਖੋ, ਅਸੀਂ 15 ਲੱਖ ਦਾ ਮਾਰਟ ਇੱਕ ਸ਼ਹਿਰ 'ਚ ਬਣਾਉਣੇ ਆ, ਜਿਵੇਂ ਰੋਪੜ ਤੁਹਾਡੇ ਇੱਕ 15 ਦਾ ਬਣਿਆ, ਉਸ ਬੰਦੇ ਦੀ ਮਨੋਪਲੀ ਆ, ਕੁਰਾਲੀ ਵਾਲੀ ਦੀ ਮਨੋਪਲੀ ਆ, ਖਰੜ ਵਾਲੀ ਦੀ ਮਨੋਪਲੀ ਆ। ਅਸੀਂ ਪੈਸਾ ਨਹੀਂ ਇਕੱਠਾ ਕਰਨਾ, ਅਸੀਂ ਸਿਸਟਮ ਦੇਣਾ। ਅਗਲਾ ਹੁਣ ਪੈਸੇ ਲਾਉਂਦਾ, ਅਸੀਂ 10 ਖੋਲ੍ਹਤੇ, ਅਸੀਂ ਤਾਂ ਪੈਸੇ ਵੱਟ ਲਏ, 10 ਸਾਨੂੰ ਕਮਾਈ ਵੀ ਕਰਾਉਣਗੇ, ਪਰ ਕੱਲ੍ਹ ਨੂੰ ਉਹ ਆਪਸ 'ਚ ਹੀ ਲੜ ਕੇ ਇੱਕ ਦੂਜੇ ਦਾ ਸਟੋਰ ਬੰਦ ਕਰਾ ਦੇਣਗੇ। ਇਸ ਕਰਕੇ ਕੁਰਾਲੀ ਖੁੱਲ੍ਹਾ ਤੇ ਇੱਕ ਹੀ ਖੁੱਲੂਗਾ, ਇਹ ਮਾਲਕ ਨਹੀਂ। ਔਰ ਅਸੀਂ ਇਹਨਾਂ ਨਾਲ 10 ਸਾਲ ਦਾ ਐਗਰੀਮੈਂਟ ਸਟੈਂਪ ਪੇਪਰ 'ਤੇ ਕਰਦੇ ਹਾਂ, ਬੈਂਕ ਵਿੱਚ ਪੈਸੇ ਲੈਂਦੇ ਹਾਂ। ਛੋਟਾ ਸਟੋਰ 3.5-4 ਲੱਖ ਤੋਂ ਸ਼ੁਰੂ ਹੁੰਦਾ ਪਿੰਡ ਦਾ, 500 ਆਈਟਮਾਂ ਨੇ, ਉਸ ਤੋਂ ਪਰ 8 ਲੱਖ ਦਾ, ਫਿਰ 11 ਲੱਖ ਦਾ ਡੰਪ, ਫਿਰ 15 ਲੱਖ ਦਾ ਮਾਰਟ, ਜੇ ਇਕੱਠਾ ਲੈਣਾ 25 ਲੱਖ। ਹੁਣ ਜਿਹੜੇ ਸਾਡੇ ਅੱਗੇ ਪ੍ਰੋਜੈਕਟ ਸਾਡੇ ਕਰੋੜਾਂ ਤੱਕ ਚਲੇ ਜਾਣਗੇ, ਤਾਂ ਉਹਦੇ ਵਿੱਚ ਉਹ ਪੈਸਾ ਜਿਹੜਾ ਦੇ ਰਹੇ ਨੇ ਉਹ ਪ੍ਰੋਜੈਕਟ ਦਾ ਦੇ ਰਹੇ ਆ। ਸਾਡਾ ਕੋਈ ਸਿਕਿਉਰਿਟੀ ਨਹੀਂ, ਨਾ ਅਸੀਂ ਕਿਸੇ ਤੋਂ ਸਿਕਿਉਰਿਟੀ ਲੈਂਦੇ ਆ। ਅੱਜ ਤਾਂ ਤੁਸੀਂ ਉੱਥੇ ਦਫ਼ਤਰ ਜਾਣਗੇ, ਚਾਹ ਵੀ ਪਿਉਣੇ, ਰੋਟੀ ਵੀ ਖਵਾਉਂਦੇ ਆ ਲੋਕਾਂ ਨੂੰ ਜੇ ਬਾਹਰੋਂ ਕੋਈ ਦੂਰੋਂ ਆਉਂਦਾ। ਸਾਡਾ ਉੱਥੇ ਲੋਕ ਵਿਹਾਰ ਦਾ ਸਿਸਟਮ ਬਣਾਇਆ ਵੀ ਸਾਡੇ ਮਹਿਮਾਨ, ਸਾਡੇ ਅੱਜ ਗੁਰੂ ਨੇ ਸਾਨੂੰ ਕਾਬਲ ਕੀਤਾ ਕਿ ਸਾਡੇ ਕੋਲ ਦੁਨੀਆ ਚੱਲ ਕੇ ਆ ਰਹੀ ਹੈ। ਇਸ ਕਰਕੇ ਸਾਡੀ ਕੋਈ ਸ਼ਰਤ ਨਹੀਂ। ਅਸੀਂ 1 ਰੁਪਿਆ, ਅਸੀਂ ਆ ਜਿਹੜਾ ਪੈਕੇਜ ਲਾਂਚ ਕੀਤਾ ਕਿਸਾਨ 21 ਇਹ ਕਿਸਾਨਾਂ ਨੂੰ ਸਮਰਪਿਤ ਆ। ਇਹ ਕਿਸਾਨ ਕੋਈ ਆਪਣੇ ਸਵਾਲ ਲੈ ਕੇ ਆ ਜਾਣ, ਫਿਰ ਉਹਨੂੰ ਵੀ ਪ੍ਰਸ਼ਾਦਾ ਛਕਾਉਂਦੇ ਹੋ ਵੀ ਕਿਸੇ ਦੇ ਮਨ, ਤੁਹਾਡੇ ਲਈ ਮਨ 'ਚ ਵਹਿਮ ਪਾਤਾ ਕਿਸੇ ਦੇ ਮਨ 'ਚ, ਤੇ ਉਹ ਸਵਾਲ ਲੈਣ ਆਵੇ? ਕਿਉਂਕਿ ਜਿਹੜੇ ਕਾਰਪੋਰੇਟ ਮੈਂ ਗਿਆ ਸੀ ਜੀ ਇੱਕ ਕੰਪਨੀ 'ਚ, ਉਹਨਾਂ ਨੇ ਉਹ ਕਹਿੰਦੇ ਤੁਸੀਂ ਇਹਨਾਂ ਨੂੰ ਬਾਹਰ ਕੱਢੋ, ਇਹਦਾ ਸਵਾਲ ਜੇ 10-12 ਲੱਖ ਰੁਪਏ ਜੇਬ 'ਚ ਪਾ ਕੇ ਗੱਡੀ ਲੈਣ ਜਾਈਏ, ਫਿਰ ਉਹ ਚਾਹ ਪਾਣੀ ਸ਼ਰਬਤ ਸਭ ਕੁਝ ਪਿਲਾਉਂਦੇ ਆ। ਨਹੀਂ ਵੀਰ ਜੀ, ਸਾਡੇ ਦਾ ਹੀ ਤਾਂ ਕਹਿੰਦੇ ਵੀ ਤੁਸੀਂ ਯਾਰ ਜਿਹੜਾ ਸਾਡਾ ਦੁਸ਼ਮਣ, ਵੇਖੋ ਗੱਲ ਪਤਾ ਕੀ ਹੁੰਦਾ, ਸਾਡਾ ਫਰਕ ਵਿਚਾਰਾਂ ਦਾ ਹੁੰਦਾ, ਕੁਛ ਨਹੀਂ। ਜੇ ਤਾਂ ਮੇਰੇ ਜਗਦੀਪ ਸਿੰਘ ਥਲੀ ਨਾਲ ਮੇਰੇ ਵਿਚਾਰ ਮਿਲਦੇ ਆ, ਫਿਰ ਤਾਂ ਮੇਰਾ ਭਰਾ ਹੈ। ਜੇ ਜਗਦੀਪ ਸਿੰਘ ਥਲੀ ਨੇ ਮੈਨੂੰ ਕੋਈ ਮੈਨੂੰ ਸੱਚਾ ਸਵਾਲ ਪੁੱਛ ਲਿਆ ਤੇ ਮੇਰੇ ਉਲਟ ਲੱਗਦਾ ਤੇ ਮੈਂ ਕਹਿੰਦਾ ਯਾਰ ਇਹ ਤਾਂ ਬੰਦਾ ਕਿਹੜਾ, ਮੈਂ ਨਹੀਂ ਉਹਨੂੰ ਬੁਲਾਉਂਦਾ। ਇਸ ਕਰਕੇ ਸਾਡੇ ਪੰਜਾਬੀਆਂ ਦੇ ਵਿੱਚ ਇਹੀ ਮੈਂ ਕਹਿੰਦਾ ਬੰਦਾ ਆ ਜਾਵੇ, ਪਹਿਲਾ ਸਾਡਾ ਵਿਹਾਰ ਹੈ ਉਹਦੇ ਨਾਲ ਚਾਹ ਪਾਣੀ ਤੇ ਰੋਟੀ ਦਾ। ਜੇ ਉਦੋਂ ਬਾਅਦ ਉਹਦੇ ਕੋਈ ਸਵਾਲ ਹੈ, ਜੇਕਰ ਸੱਚ ਹੈ ਤਾਂ ਅਸੀਂ ਸੱਚ ਦਾ ਜਵਾਬ ਦਿੰਦੇ ਹਾਂ। ਅਸੀਂ ਉਹਦੀ ਜੇਬ 'ਚ ਪੈਸੇ ਪਾ ਕੇ ਨਹੀਂ ਕਹਿੰਦੇ ਕਿ ਯਾਰ ਤੂੰ ਐਂ ਕਰ ਲਾ ਨਾ, ਬਸ ਇਹੀ ਫਰਕ ਆ। ਅਸੀਂ ਗੱਲ, ਮੈਂ ਤਾਂ ਕਹਿੰਦਾ ਵੀ ਉਹਦੇ ਵਿੱਚ ਕੀ ਹੁੰਦਾ, ਤੁਹਾਨੂੰ ਪਤਾ ਹੈ ਸਿਸਟਮ ਦੇ ਵਿੱਚ ਬਹੁਤ ਕੁਝ ਹੁੰਦਾ, ਤੁਸੀਂ ਗੱਲ ਸਮਝਦੇ ਹੋ। ਪਰ ਮੈਂ ਕਹਿੰਦਾ ਯਾਰ ਵਿਚਾਰ ਦੇ ਉੱਤੇ ਹੀ ਚੱਲਣਾ ਹੈ। ਜੇ ਤਾਂ ਮੈਂ ਤਾਂ ਇੱਕੋ ਗੱਲ ਲਾਸਟ ਕਹਿਣਾ, ਮੈਂ ਕਥਾਵਾਚਕ, ਮੈਂ ਕਥਾ ਪ੍ਰਚਾਰ ਮੈਂ ਕਦੇ ਕਰਦਾ ਨਹੀਂ। ਮੈਂ ਕਥਾ ਗੁਰੂ ਸਾਹਿਬ ਦੀ ਕਿਰਪਾ ਨਾਲ ਸਿੱਖਿਆ, ਔਰ ਮੈਂ ਕਥਾ ਕਰਕੇ ਖੁਸ਼ ਹੁੰਦਾ, ਕਥਾ ਵਿਚਾਰ ਕਰਦਾ।
ਮੈਂ ਕਹਿੰਦਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰ ਰਿਹਾ। ਜਿਹੜਾ ਮਰਜ਼ੀ ਇਲਜ਼ਾਮ ਮੇਰੇ ਤੇ ਲਾ ਦੇ, ਜਿੱਡਾ ਵੱਡਾ ਮਰਜ਼ੀ ਲਾ ਦੇ, ਮੇਰਾ ਗੁਰੂ ਬੇਅੰਤ ਹੈ। ਉਹਨੇ ਉਹਨਾਂ ਲੋਕਾਂ ਦੇ ਮੂੰਹ ਤੇ ਐਸੀ ਚਪੇੜ ਮਾਰੀ ਹੈ ਕਿ ਵੀ ਦੇਖੋ ਸੱਚ ਸੱਚ ਹੋ ਗਿਆ ਤੇ ਝੂਠ ਝੂਠ। ਜੇਕਰ ਵੀਰ ਜੀ ਅੱਜ ਗੱਲ ਸੁਣੋ, ਐਡਾ ਵੱਡਾ ਫਰਾਡ 15 ਸਾਲਾਂ ਤੋਂ ਕਹਿੰਦੇ ਬੰਦੇ ਫਰਾਡ ਕਰਦੇ ਆ, 15 ਸਾਲਾਂ ਤੋਂ। ਯਾਰ ਮੈਂ ਕਹਿੰਦਾ ਤੁਸੀਂ ਮੇਰੇ ਨਾਲ ਫਰਾਡ ਕਰੋ, ਮੈਂ 15 ਮਿੰਟ ਨਹੀਂ ਲੰਘਣ ਦਿੰਦਾ। ਤੁਸੀਂ ਇਹ ਗੱਲ ਤਾਂ ਸਮਝ ਲਓ। ਹੁਣ ਮੰਨ ਲਓ ਆਹ ਸਟੋਰ ਖੋਲ੍ਹਿਆ, ਇੱਕ ਗੱਲ ਐਗਜ਼ਾਮਪਲ ਦੇ ਕੇ ਲਾਸਟ ਕਰਦਾ ਵੀ ਆਹ ਸਟੋਰ ਖੋਲ੍ਹਿਆ, ਇਹ ਸਟੋਰ ਬਹੁਤ ਸੋਹਣਾ ਚੱਲ ਗਿਆ, ਇਹਨਾਂ ਦੀ ਮਿਹਨਤ ਸਾਡੀ ਮਿਹਨਤ ਨਾਲ। ਇੱਕ ਬੰਦੇ ਨੇ ਸਟੋਰ ਖੋਲ੍ਹਿਆ, ਉਹਨੇ ਵੇਖਿਆ ਨਹੀਂ, ਉਧਾਰ ਲੁਟਾਤਾ, ਉਹ ਕੱਲ੍ਹ ਨੂੰ ਕਹੂਗਾ ਯਾਰ ਮੈਂ ਤਾਂ ਫਸ ਗਿਆ। ਹੁਣ ਉਹਦੇ ਵਿੱਚ ਤੁਸੀਂ ਕੀ ਕਰਨਾ, ਨੈਗੇਟਿਵ ਵਾਲੇ ਪਾਸੇ ਹਰੇਕ ਬੰਦੇ ਨੇ ਜਾਣਾ। ਹਾਂ ਵੀ ਤੂੰ ਕਿਵੇਂ ਫਸਿਆ, ਉਹ ਕਹਿੰਦਾ ਯਾਰ ਮੈਨੂੰ ਖਿਲਾਇਆ ਸੀ, ਮੈਂ ਤਾਂ ਕਾਮਯਾਬ ਨਹੀਂ ਹੋਇਆ, ਤੁਸੀਂ ਨਾ ਫਸ ਜਾਓ। ਇੱਥੇ ਤੁਸੀਂ ਆਏ ਨਹੀਂ, ਤੇ ਜਦੋਂ ਉਹ ਚੀਜ਼ ਪਾਤੀ ਤਾਂ ਜਿਹੜੇ ਬੰਦੇ ਸਾਡੇ ਵਿਰੋਧੀ ਆ ਉਹਨਾਂ ਨੇ ਕਹਿਣਾ ਦੇਖਿਆ ਹੋਇਆ ਸੀ ਨਾ। ਇਸ ਕਰਕੇ ਪੱਖ 2 ਹੁੰਦੇ ਨੇ, 3 ਹੁੰਦੇ ਨੇ ਪੱਖ, ਤੁਹਾਡਾ, ਅਗਲੇ ਦਾ ਔਰ ਪ੍ਰੈਜੈਂਟ। ਤੇ ਇਸ ਕਰਕੇ ਵੀ ਇੱਕੋ ਚੀਜ਼ ਆ ਵੀਰ ਜੀ, ਮੈਂ ਤਾਂ ਲਾਸਟ ਕਰਕੇ ਨਾ ਸਵਾਥ ਰੱਸਾ ਸਿਰੇ ਤੇ ਗੰਢ, ਪ੍ਰੋਡਕਟ ਲੈ ਜਾਓ ਵੀ ਖਾ ਲਓ ਪੀ ਲਓ, ਬਾਅਦ ਜਾ ਕੇ ਕਹਿ ਦਿਓ ਮਾੜਿਆ ਤਾਂ ਵੀ ਪੈਸੇ ਵਾਪਸ ਲੈ ਜਾਓ। ਇਦੋਂ ਵੱਡੀ ਗਰੰਟੀ ਕੀ ਦੇ ਦਈਏ ਯਾਰ। ਅੱਛਾ, ਇਹ ਚੀਜ਼ ਕਹਿੰਦੇ ਹੋ ਤੁਸੀਂ? ਮੈਂ ਕਹਿੰਦਾ ਖਾ ਕੇ ਵੀ ਜੇ ਕੋਈ ਕਹਿ ਦੇਵੇ ਆਹ ਡੱਬੇ ਇੱਥੋਂ ਸਮਾਨ ਲੈ ਜਾਓ, ਇਕੱਲੇ ਲਿਫਾਫੇ ਲਿਆਓ, ਲਿਫਾਫੇ ਲਿਆ ਕੇ ਕਹਿ ਦਿਓ ਅੱਜ ਨਹੀਂ, ਜਦੋਂ ਦੇ ਖੋਲ੍ਹੇ ਉਦੋਂ ਦੇ ਕਹਿ ਰਹੇ ਆ, ਇੱਕ ਲਿਫਾਫਾ ਨਹੀਂ ਵਾਪਸ ਆਇਆ, ਇੱਕ ਲਿਫਾਫਾ ਨਹੀਂ ਆਇਆ। ਇਮਾਨਦਾਰ ਲੋਕ ਹੈਗੇ ਨੇ, ਮਤਲਬ ਹੈਗੇ ਆ ਵੀਰ ਜੀ, ਬਿਲਕੁਲ ਹੈਗੇ ਆ ਇਮਾਨਦਾਰ। ਦੇਖੋ ਲੋਕ ਵੀ ਵੀਰ ਜੀ ਪਤਾ ਕੀ ਆ, ਐਡਾ ਕੋਈ ਕਿਰਤਕਾਨ ਨਹੀਂ ਹੁੰਦਾ ਜਿਹੜਾ ਚੀਜ਼ ਚੰਗੀ ਖਾ ਲੇ। ਔਰ ਮੈਨੂੰ ਇਹ ਦੱਸੋ ਕਿੰਨੇ ਕਹਿੰਦੇ ਵਾਪਸ, ਇੱਕ ਬੰਦਾ ਜੇ 100 ਸਮਾਨ ਲੈ ਗਿਆ, ਇੱਕ ਲੈ ਵੀ ਆਇਆ, ਉਹ ਬੰਦਾ ਆਪਦੀ ਨਜ਼ਰ 'ਚ ਹੀ ਕਰ ਜੂਗਾ ਯਾਰ। ਉਹ ਕਹੂਗਾ ਯਾਰ ਮੇਰੇ ਕੋਲ 99 ਬੰਦੇ ਕਹਿਣਾ ਵੀ ਕਹਿੰਦੇ ਬਹੁਤ ਵਧੀਆ। ਜੇ ਮੰਨ ਲਓ 100 ਦਾ 100 ਰੱਬ ਨੂੰ ਰੱਬ ਨਹੀਂ ਮੰਨਦੇ, ਅਸੀਂ ਕਿਹੜੀ ਬਾਗ ਦੀ ਮੂਲੀਆਂ। ਜੇ ਕੋਈ ਲੈ ਵੀ ਅਸੀਂ ਵਾਪਸ ਕਰਾਂਗੇ। ਮੈਂ ਤਾਂ ਕਹਿੰਦਾ ਵੀ ਡੱਬੇ ਵਾਪਸ ਲਿਆਓ, ਸਮਾਨ ਖਾ ਲਓ, ਤਾਂ ਵੀ ਪੈਸੇ ਵਾਪਸ ਦੇ ਦਾਂਗੇ ਯਾਰ। ਹੋਰ ਦੱਸੋ। ਸੋ ਕਿਸਾਨ ਹੱਟ 13 ਹਰ ਸ਼ਹਿਰ ਦੇ ਵਿੱਚ ਲਗਾਤਾਰ ਓਪਨ ਹੋ ਰਹੀਆਂ ਨੇ। ਪਰ ਜਿਵੇਂ ਜਗਦੇਵ ਸਿੰਘ ਖਾਲਸਾ ਜੀ ਨੂੰ ਲੋਕ, ਕਿਉਂਕਿ ਜਦੋਂ ਬਹੁਤ ਵੱਡੇ ਲੈਵਲ ਦੇ ਉੱਤੇ ਕੋਈ ਕੰਮ ਕਰਦਾ ਤਾਂ ਉਸ ਦੇ ਵਿੱਚ ਬਹੁਤ ਸਾਰੇ ਕਮੈਂਟ ਆ ਜਾਂਦੇ ਨੇ, ਉਹ ਵੀ ਸਪਸ਼ਟ ਹੋਣੇ ਚਾਹੀਦੇ ਨੇ। ਸੋ ਜਿੱਥੇ ਅਸੀਂ ਇਹ ਚਾਹੁੰਦੇ ਹਾਂ ਵੀ ਕਿਸਾਨਾਂ ਦਾ ਬੋਲਬਾਲਾ, ਕਿਸਾਨਾਂ ਨੂੰ ਉਹਨਾਂ ਦੀ ਮਿਹਨਤ ਦਾ ਮੁੱਲ ਮਿਲਣਾ ਚਾਹੀਦਾ ਹੈ, ਤਾਂ ਉੱਥੇ ਜੋ ਸਵਾਲ ਸੀਗੇ ਤੁਹਾਡੇ, ਉਹ ਵੀ ਜਗਦੇਵ ਜੀ ਹੋਰਾਂ ਦੇ ਨਾਲ ਅਸੀਂ ਖਾਲਸਾ ਜੀ ਦੇ ਨਾਲ ਕੀਤੇ ਨੇ, ਜਿਨ੍ਹਾਂ ਦੇ ਉੱਤੇ ਉਹਨਾਂ ਨੇ ਵਿਭਾਗ ਜਿਹੜੇ ਜਵਾਬ ਦਿੱਤੇ ਨੇ। ਤੁਸੀਂ ਇਸ ਦੇ ਬਾਰੇ ਕੀ ਕਹਿੰਦੇ ਹੋ? ਤੁਸੀਂ ਆਪਣਾ ਵਿਚਾਰ ਜ਼ਰੂਰ ਦੇ ਸਕਦੇ ਹੋ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।